ਫਿਜ਼ੀਓਥੈਰੇਪੀ ਟ੍ਰੀਟਮੈਂਟ ਉਹ ਟ੍ਰੀਟਮੈਂਟ ਹੈ ਕਿ ਬਿਨਾਂ ਆਪਰੇਸ਼ਨ ਤੋਂ ਪੇਸ਼ੈਂਟ ਨੂੰ ਕਿਉਰ ਕਰਨਾ। ਗੋਡਿਆਂ ਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਗੋਡਿਆਂ ਦਾ ਗਰੀਸ ਘਟ ਗਿਆ, ਆਸਟੀਓਆਰਥਰਾਈਟਿਸ ਹੋ ਗਿਆ, ਉਹ ਇਕੱਲਾ ਗੋਡਿਆਂ ਦਾ ਨਹੀਂ ਹੁੰਦਾ, ਉਹ ਸਪਾਈਨ ਦਾ ਵੀ ਹੁੰਦਾ ਗਾ। ਵਿਦਾਊਟ ਆਪਾਂ ਕਹਿ ਲਈਏ ਫਿਜ਼ੀਓਥੈਰੇਪੀ ਤੋਂ ਜਿਹੜਾ ਸਰਵਾਈਕਲ ਦਾ ਟ੍ਰੀਟਮੈਂਟ ਹੈ ਉਹ ਨਹੀਂ ਹੁੰਦਾ। ਗਰੀਸ ਬਣਾਉਣ ਵਾਲੀ ਤਾਂ ਅੱਜ ਤੱਕ ਵਰਲਡ 'ਤੇ ਰਿਸਰਚ ਹੋਈ ਨਹੀਂ ਵੀ ਜਿਹਦੇ ਉਹ ਤਾਂ ਇੱਕ ਗਲੂਕੋਜ਼ਾਮਾਈਨ ਦੇ ਦਿੰਦੇ ਆ। ਜ਼ਿਆਦਾ ਜਿਹੜੀਆਂ ਹੱਡੀ ਦੀਆਂ ਪ੍ਰੋਬਲਮ ਉਹ ਕੈਲਸ਼ੀਅਮ ਕਰਕੇ ਹੀ ਹੁੰਦੀਆਂ। ਸਹੀ ਹੈ। ਤੇ ਕੈਲਸ਼ੀਅਮ ਕਿਉਂ ਘਟ ਰਿਹਾ ਅੱਜ ਕੱਲ੍ਹ? ਵੀ ਕੈਲਸ਼ੀਅਮ ਦੀ ਜਿਹੜੀ ਕਮੀ ਹੈ ਨਾ, ਇਹ ਉਹਨਾਂ ਹੀ ਲੋਕਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਜਿਹੜੇ ਆਪਣਾ ਸਨਲਾਈਟ ਦੇ ਜਿਹੜੇ ਉਹਦੇ ਐਕਸਪੋਜ਼ਰ ਤੋਂ ਦੂਰ ਰਹਿੰਦੇ ਆ। ਵਿਚਾਰੇ ਭੋਲੇ ਬੰਦੇ ਹੁੰਦੇ ਆ ਤੇ ਮੇਰੇ ਵਰਗੇ ਬੈਠੇ ਆ, ਕਦੇ ਉਹਨਾਂ ਨੂੰ ਦਵਾਈ ਦੇ ਦਿੱਤੀ, ਕਦੇ ਤੇਲ ਦੇਤਾ ਤੇ ਕਦੇ ਉਹਨਾਂ ਦੇ ਪੱਟੇ ਲਾਤੇ ਆ। ਪੱਟੇ ਦਾ ਰਿਵਾਜ ਤਾਂ ਬਹੁਤ ਹੀ ਜ਼ਿਆਦਾ। ਜਦੋਂ ਪੁੱਛਿਆ ਕੀ ਹੈ ਪੱਟੇ, ਮੈਨੂੰ ਸਮਝ ਨਹੀਂ ਆਉਂਦੀ ਪੱਟਾ ਲਾਉਂਦੇ ਕਿਹੜੀ ਚੀਜ਼ ਦੇ ਆ। ਜਿਹੜੇ ਆ ਸ਼ੋਲਡਰ ਹੁੰਦੇ ਆ ਆਪਣੇ, ਜਿਹੜੇ ਮੋਢੇ ਆ, ਇਹ ਪ੍ਰੋਟਿਊਡ ਹੋ ਜਾਂਦੇ, ਇਹ ਅੱਗੇ ਨੂੰ ਹੋ ਜਾਂਦੇ ਆ। ਅੱਗੇ ਨੂੰ ਹੋਣ ਕਰਕੇ ਉਹਨਾਂ ਨੂੰ ਇੱਦਾਂ ਬੈਠਣ ਦੀ ਆਦਤ ਪੈ ਜਾਂਦੀ ਆ। ਉਹ ਜਦੋਂ ਮੋਢੇ ਅੱਗੇ ਨੂੰ ਹੋ ਜਾਂਦੇ ਆ, ਪ੍ਰੋਟਿਊਡਡ ਫਾਰਮ 'ਚ ਹੋ ਜਾਂਦੇ ਆ, ਉਹਦੇ ਨਾਲ ਜਿਹੜੀ ਸਰਵਾਈਕਲ ਸਪਾਈਨ ਹੁੰਦੀ ਨਾ, ਉੱਤੇ ਸਟ੍ਰੈਚ ਪੈ ਜਾਂਦਾ ਗਾ। ਜਦੋਂ ਵੀ ਤੁਹਾਡੇ ਕੋਈ ਇਹੋ ਜਿਹਾ ਗਿੱਟੇ ਨੂੰ ਮੋਚ ਆਉਂਦੀ ਜਾਂ ਕੁਛ ਆਉਂਦੀ ਹੈ, ਉਸ ਕੇਸ ਦੇ ਵਿੱਚ ਗਿੱਟੇ ਖਿਚਾਓ ਨਾ। ਉਹ ਕੀ ਕਰਨ ਲੱਗ ਕਹਿੰਦੇ ਖਿੱਚ ਕੇ ਨੇ ਬੰਨ੍ਹਤਾ। ਉਹ ਖਿੱਚਣਾ ਕਿਉਂ ਆ? ਪੇਸ਼ੈਂਟ ਆਉਂਦੇ ਆ ਵਿਚਾਰੇ, ਉਹ ਕਹਿੰਦੇ ਨੇ ਮਣਕੇ ਚੁਕਾ ਕੇ ਆਏ ਆ। ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਮਣਕੇ ਚੱਕੇ ਕਿਹਨੂੰ ਕਹਿੰਦੇ ਆ। ਡਾਕਟਰ ਸਰਜਨ ਕੀ ਕਰਦੇ ਆ, ਜਦੋਂ ਜ਼ਿਆਦਾ ਦਰਦ ਹੁੰਦਾ, ਪੇਸ਼ੈਂਟ ਤੋਂ ਬੀਅਰ ਨਹੀਂ ਹੁੰਦਾ, ਉਹ ਢੂੰਝ ਦੇ ਵਿੱਚ ਸਟੀਰੋਇਡ ਦਾ ਇੰਜੈਕਸ਼ਨ ਲਾ ਦਿੰਦੇ ਆ ਤੇ ਉਹਦੇ ਨਾਲ ਉਹ 6 ਮਹੀਨੇ ਸਾਲ ਕੱਢ ਜਾਂਦਾ। ਤੇ ਉਹ ਕਹਿ ਦਿੰਦੇ ਤਾਂ ਡਾਕਟਰ ਹੀ ਬੜਾ ਚੰਗਾ, ਦਵਾਈ ਬੜੀ ਵਧੀਆ ਦਿੱਤੀ ਹੈ। ਉਹ ਕੋਈ ਸਰਵਾਈਕਲ ਦਾ ਪ੍ਰੋਬਲਮ ਆ ਗਈ, ਡਿਸਕ ਦੀ ਪ੍ਰੋਬਲਮ ਆ ਗਈ, ਨੀ ਜੁਆਇੰਟ ਦੀ ਪ੍ਰੋਬਲਮ ਆ ਗਈ, ਐਂਕਲ ਸਟ੍ਰੇਨ ਹੋ ਗਿਆ, ਸਪਰੇਨ ਹੋ ਗਿਆ, ਐਲਬੋ ਜੁਆਇੰਟ ਹੋ ਗਿਆ, ਵਿਦਾਊਟ ਮੈਡੀਸਨ ਤੋਂ ਆਪਾਂ ਪੇਸ਼ੈਂਟ ਨੂੰ ਕਿਉਰ ਕਰੀਦਾ। ਇੱਥੇ ਫੋਰਨ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਹੈ, ਕਿਉਂਕਿ ਉੱਥੇ ਇਹ ਜਿਹੜਾ ਟ੍ਰੀਟਮੈਂਟ ਹੈ ਪਰ ਆਰ ਦੇ $100 ਉੱਥੋਂ ਦੇ ਲੈਂਦੇ ਨੇ ਫਿਜ਼ੀਓਥੈਰੇਪੀ ਟ੍ਰੀਟਮੈਂਟ ਦੇ। ਬੜਾ ਐਕਸਪੈਂਸਿਵ ਟ੍ਰੀਟਮੈਂਟ ਹੈ। ਉਹ ਡੈਡ ਲਿਫਟ ਸਹੀ ਪੋਸਚਰ 'ਚ ਲਾਉਣੀ ਨਹੀਂ ਆਉਂਦੀ ਬੱਚਿਆਂ ਨੂੰ। ਬੜੇ ਜਿਮ ਹੈ ਇੱਥੇ, ਮੈਂ ਪਲੇਅਰ ਦੇਖੇ ਜਿਹੜੇ ਆਉਂਦੇ ਆ, ਉਹਨਾਂ ਦੀ ਕੀ ਹੈ, ਐਕਸਰਸਾਈਜ਼ ਦੇ ਨਾਲ ਹੀ ਉਹਨਾਂ ਦੀ ਉਹ ਆਪਣੀ ਸਪਾਈਨ ਹਿੱਲ ਜਾਂਦੀ ਹੈ। ਇਹ ਇੱਕ ਸਰਵਾਈਕਲ ਦਾ ਆਪਾਂ ਸਾਈਡ ਤੋਂ ਟੇਢਾ ਵਿਊ ਲੈਂਦੇ ਹਾਂ, ਲਿਟਲ ਵਿਊ ਕਹਿ ਦਿੰਦੇ ਆ। ਹੁਣ ਆ ਆਪਾਂ ਨੂੰ ਮਣਕੇ ਦਿਖ ਰਹੇ ਆ, ਇੱਕ ਤਾਂ ਇਹਦੀ ਸੀ ਸ਼ੇਪ ਪ੍ਰੋਪਰ ਹੈ ਨਹੀਂ ਗੀ। ਲੋਕਵਾਚ ਟੀਵੀ ਨਾਲ ਜੁੜੇ ਹੋ ਤੁਸੀਂ, ਮਾਇਆ ਹਿਮਤਾਜ। ਮਾਈ ਡਾਕਟਰ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਅੱਜ ਆਪਾਂ ਗੱਲਬਾਤ ਕਰਾਂਗੇ ਫਿਜ਼ੀਓਥੈਰੇਪੀ ਬਾਰੇ। ਫਿਜ਼ੀਓਥੈਰੇਪੀ ਦੇ ਨਾਲ ਕਿਵੇਂ ਇਲਾਜ ਹੁੰਦਾ ਆ, ਕੀ ਸੱਚਮੁੱਚ ਇਲਾਜ ਲਾਹੇਵੰਦ ਆ ਜਾਂ ਸਿਰਫ ਗੱਲਾਂ ਹੀ ਨੇ ਜਾਂ ਕੀ ਹੈ, ਇਹ ਸਾਰੀ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨੇ, ਡਾਕਟਰ ਰਮਨਦੀਪ ਸਿੰਘ। ਡਾਕਟਰ ਸਾਹਿਬ, ਕੀ ਹਾਲ ਹੈ? ਹਾਂਜੀ, ਬਹੁਤ ਵਧੀਆ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕਵਾਚ ਟੀਵੀ ਦਾ, ਇਮਤਿਆਜ਼ ਜੀ ਤੁਹਾਡਾ, ਜਿਹੜਾ ਅੱਜ ਤੁਸੀਂ ਇੱਕ ਐਪੀਸੋਡ ਲੈ ਕੇ ਆਏ ਹੋ ਅਵੇਅਰਨੈਸ ਦੇ ਲਈ। ਅਤੇ ਇਹ ਬਹੁਤ ਵਧੀਆ ਗੱਲ ਹੈ ਕਿ ਲੋਕਾਂ ਦੇ ਵਿੱਚ ਇਹਦੇ ਲਈ ਅਵੇਅਰਨੈਸ ਜਾਊਗੀ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸ ਦੇਵਾਂ, ਅੱਜ ਆਪਾਂ ਗੰਗਾ ਅਬਲੂਕੀ ਆਪਾਂ ਬੈਠੇ ਹਾਂ, ਜੋ ਆਪਣਾ ਬਿਸ਼ਨੰਦੀ ਬਰਕੰਦੀ ਤੋਂ ਗਾਂਹ ਆਪਣਾ ਪਿੰਡ ਪੈਂਦਾ, ਡਿਸਟ੍ਰਿਕਟ ਬਠਿੰਡਾ ਦੇ ਵਿੱਚ ਪੈਂਦਾ ਗਾ। ਅਤੇ ਇੱਥੇ ਆਪਣੇ ਜਿਹੜੇ ਜਲਾਲ ਵਾਲੇ ਸੰਤ ਆਪਣੇ ਜੋ ਜੈਤੋ ਦਾ ਸਾਰਾ ਆਪਣਾ ਆਈ ਕੇਅਰ ਦਾ ਚੈਰੀਟੇਬਲ ਜੋ ਟਰਸਟ ਹੈ, ਉਹ ਆਪਣਾ ਸੰਤ ਰਿਸ਼ੀ ਰਾਮ ਜੀ ਉਹ ਸਾਰਾ ਦੇਖ ਰਹੇ ਨੇ। ਇਹ ਉਹਨਾਂ ਦੀ ਰਹਿਨੁਮਾਈ ਹੇਠ ਇਹ ਸੈਂਟਰ ਚੱਲ ਰਿਹਾ ਗਾ, ਜੋ ਲੰਮੇ ਸਮੇਂ ਤੋਂ ਮੈਂ ਇੱਥੇ ਬਤੌਰ ਐਜ਼ ਆ ਫਿਜ਼ੀਓਥੈਰੇਪਿਸਟ ਸੇਵਾਵਾਂ ਦੇ ਰਿਹਾ। ਅਤੇ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਸੇਵਾਵਾਂ ਇੱਥੇ ਕੰਟੀਨਿਊ ਰੱਖ ਰਹੇ ਜੀ। ਅੱਛਾ, ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਵੀ ਜ਼ਰੂਰ ਦੱਸੋ ਸਾਨੂੰ। ਹਾਂਜੀ, ਮੈਂ ਇੱਕ ਫਾਰਮਾਸਿਸਟ, ਇੱਕ ਫਿਜ਼ੀਓਥੈਰੇਪਿਸਟ ਹਾਂ। ਮੈਂ ਬਾਬਾ ਫਰੀਦ ਹੈਲਥ ਯੂਨੀਵਰਸਿਟੀ 'ਚੋਂ ਬੈਚਲਰ ਆਫ ਫਿਜ਼ੀਓਥੈਰੇਪੀ ਕੰਪਲੀਟ ਕੀਤੀ ਹੈ। ਇਹ ਆਲਮੋਸਟ 5 ਇਅਰਸ ਦੀ ਹੁੰਦੀ ਹੈ ਸਾਡੀ ਡਿਗਰੀ ਹੁੰਦੀ ਹੈ, ਇੱਕ ਡਾਕਟਰ ਡਿਗਰੀ ਹੁੰਦੀ ਹੈ, ਆਪਣਾ ਇਕੁਇਲੈਂਟ ਹੁੰਦੀ ਹੈ। ਅਤੇ
ਇਹ ਮੈਂ ਇਹਦੇ ਬਾਕੀ ਪੈਰਾਲੰਪਿਕ ਦੇ ਖੇਡ ਦੇ ਵਿੱਚ ਸਪੋਰਟਸ ਦੇ ਵਿੱਚ ਅਸੀਂ ਬੜੇ ਲੰਮੇ ਸਮੇਂ ਤੋਂ ਕੰਟੀਨਿਊ ਸੇਵਾਵਾਂ ਦੇ ਰਹੇ ਹਾਂ। ਉਹਦੇ ਵਿੱਚ ਬਤੌਰ ਐਜ਼ ਅ ਫਿਜ਼ੀਓਥੈਰੇਪਿਸਟ, ਹੈੱਡ ਕਲਾਸੀਫਾਇਰ, ਜੁਆਇੰਟ ਸੈਕਟਰੀ ਸੇਵਾ ਨਿਭਾ ਰਹੇ ਹਾਂ। ਜੋ ਵੀਲ ਚੇਅਰ ਬਾਉਂਡ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਸਪੈਸ਼ਲ ਮੈਂ ਕੋਰਸ ਕੀਤਾ ਤਾਈਵਾਨ ਕੰਟਰੀ ਤੋਂ, ਉਹਨਾਂ ਨੂੰ ਕਲਾਸੀਫਿਕੇਸ਼ਨ ਕਰਨ ਦੇ ਸੰਬੰਧੀ ਉਹ ਨਾਲ ਉਹ ਸੇਵਾਵਾਂ ਦੇ ਰਹੇ ਨੇ। ਹੋਰ ਸੋਸ਼ਲ ਐਕਟੀਵਿਟੀ ਹੁੰਦੀਆਂ ਡਿਸੇਬਲਡ ਨੂੰ ਲੈ ਕੇ, ਸਪੋਰਟਸ ਇੰਜਰੀ ਨੂੰ ਲੈ ਕੇ, ਉਹ ਆਪਣੇ ਖੇਤਰ ਦੇ ਵਿੱਚ ਜਿੰਨੀਆਂ ਸੇਵਾਵਾਂ ਦੇ ਸਕਦੇ ਆ ਉਹ ਅਸੀਂ ਸਪੋਰਟਸ ਦੇ ਲਈ ਤਾਂ ਇੱਥੇ ਸਾਡੇ ਲਈ ਫ੍ਰੀ ਆਫ ਕਾਸਟ, ਸਾਡੇ ਲਈ ਉਹਨਾਂ ਦੇ ਲਈ ਫਿਜ਼ੀਓਥੈਰੇਪੀ ਟ੍ਰੀਟਮੈਂਟ ਅੱਜ ਤੱਕ ਅਸੀਂ ਉਹਨਾਂ ਤੋਂ ਕੋਈ ਚਾਰਜਸ ਨਹੀਂ ਕੀਤਾ ਗਾ, ਤੇ ਇਹ ਅਸੀਂ ਸੇਵਾਵਾਂ ਦੇ ਰਹੇ ਹਾਂ ਕੰਟੀਨਿਊ ਜੀ। ਤਾਂ ਇੰਟਰਨੈਸ਼ਨਲ ਲੈਵਲ ਦੇ ਡਾਕਟਰ ਨੇ। ਹੁਣ ਗੱਲਾਂ ਧਿਆਨ ਨਾਲ ਸੁਣਿਓ ਕਿਉਂਕਿ ਤੁਹਾਡਾ ਇਲਾਜ ਇਸ ਵੀਡੀਓ ਨੇ ਵੀ ਕਰ ਦੇਣਾ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਹਿਲੇ ਸਵਾਲ ਦੀ ਕਿ ਜੋ ਫਿਜ਼ੀਓਥੈਰੇਪੀ ਹੈ ਇਹ ਕੀ ਚੀਜ਼ ਹੈ, ਇਹਦੇ ਬਾਰੇ ਜ਼ਰੂਰ ਦੱਸੋ ਸਾਨੂੰ। ਇੱਕ ਫਿਜ਼ੀਓਥੈਰੇਪੀ ਇੱਕ ਇਹੋ ਜਿਹਾ ਡਿਪਾਰਟਮੈਂਟ ਹੈ ਜੋ ਲੋਕਾਂ ਦੇ ਵਿੱਚ, ਜਿਵੇਂ ਇੱਕ ਇਹ ਡਿਪਾਰਟਮੈਂਟ ਦੀ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਘੱਟ ਹੈ। ਫੋਰਨ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਹੈ ਕਿਉਂਕਿ ਉੱਥੇ ਇਹ ਜਿਹੜਾ ਟ੍ਰੀਟਮੈਂਟ ਹੈ ਪਰ ਆਰ ਦੇ $100 ਉੱਥੋਂ ਦੇ ਲੈਂਦੇ ਨੇ ਫਿਜ਼ੀਓਥੈਰੇਪੀ ਟ੍ਰੀਟਮੈਂਟ ਦੇ। ਬੜਾ ਐਕਸਪੈਂਸਿਵ ਟ੍ਰੀਟਮੈਂਟ ਹੈ ਇੱਥੇ, ਬੜਾ ਚੀਪ ਰੇਟ ਤੇ, ਬੜਾ ਮਤਲਬ ਆਪਾਂ ਕਹਿ ਦਈਏ ਕਿ ਇਹ ਤਾਂ ਇੱਕ ਸੰਸਥਾ ਹੀ ਹੈ ਤਾਂ ਫ੍ਰੀ ਆਫ ਕਾਸਟ ਮੈਨੂੰ ਟ੍ਰੀਟਮੈਂਟ ਦੇ ਰਹੇ ਹਾਂ ਇੱਥੇ ਤਾਂ ਅਸੀਂ। ਅਤੇ ਜਿਹੜਾ ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈ, ਇੱਕ ਫਿਜ਼ੀਓਥੈਰੇਪੀ ਟ੍ਰੀਟਮੈਂਟ ਉਹ ਟ੍ਰੀਟਮੈਂਟ ਹੈ ਕਿ ਬਿਨਾਂ ਓਪਰੇਸ਼ਨ ਤੋਂ ਪੇਸ਼ੈਂਟ ਨੂੰ ਕਿਉਰ ਕਰਨਾ। ਜੇ ਮੰਨ ਲਓ ਕੋਈ ਸਰਵਾਈਕਲ ਦਾ ਪ੍ਰੋਬਲਮ ਆ ਗਈ, ਡਿਸਕ ਦੀ ਪ੍ਰੋਬਲਮ ਆ ਗਈ, ਨੀ ਜੁਆਇੰਟ ਦੀ ਪ੍ਰੋਬਲਮ ਆ ਗਈ, ਐਂਕਲ ਸਟ੍ਰੇਨ ਹੋ ਗਿਆ, ਸਪਰੇਨ ਹੋ ਗਿਆ, ਐਲਬੋ ਜੁਆਇੰਟ ਹੋ ਗਿਆ, ਵਿਦਾਊਟ ਮੈਡੀਸਨ ਤੋਂ ਆਪਾਂ ਪੇਸ਼ੈਂਟ ਨੂੰ ਕਿਉਰ ਕਰੀਦਾ ਇੱਥੇ। ਆਫਟਰ ਜੇ ਓਪਰੇਟ ਵੀ ਹੋ ਜਾਵੇ, ਡਾਕਟਰ ਵੀ ਸਰਜਰੀ ਕਰਕੇ ਇਹ ਕਹਿ ਦਿੰਦੇ, ਆਰਥੋਪੈਡਿਸ਼ਨ ਵੀ ਫਿਜ਼ੀਓਥੈਰੇਪਿਸਟ ਕੋਲੇ ਜਾਓ, ਤੁਹਾਨੂੰ ਹੁਣ ਉਹੀ ਚਲਾ ਸਕਦੇ ਨੇ। ਫਿਜ਼ੀਓਥੈਰੇਪੀ ਇੱਕ ਬਹੁਤ ਵਧੀਆ ਬ੍ਰਾਂਚ ਹੈ, ਇਹਦੀ ਅੱਗੇ ਬੜੀ ਵਾਸਟ ਹੈ। ਇਹਦੇ 'ਚ ਸਪੈਸ਼ਲਾਈਜੇਸ਼ਨ ਹੁੰਦੀ ਆ ਆਰਥੋਪੈਡਿਕਸ ਦੀ, ਨਿਊਰੋ ਦੀ, ਪੈਡੀਆਟ੍ਰਿਕ ਦੀ, ਸਪੋਰਟਸ ਦੀ, ਅਲੱਗ-ਅਲੱਗ ਡਿਪਾਰਟਮੈਂਟ ਨੇ ਇਹਦੇ ਵਿੱਚ ਵੀ। ਬਟ ਇਹ ਆ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਬਹੁਤ ਘੱਟ ਹੈ। ਕਿਉਂਕਿ ਜਾਗਰੂਕਤਾ ਤਾਂ ਘੱਟ ਹੈ ਕਿਉਂਕਿ ਜਿਹੜੇ ਦੇਸੀ, ਜਿਵੇਂ ਆਪਾਂ ਕਹਿ ਦਈਏ ਆਪਣੇ ਇੱਥੇ ਇੰਡੀਆ 'ਚ, ਪੰਜਾਬ 'ਚ ਆਲਮੋਸਟ ਸਾਰੇ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਕਿ ਦੇਸੀ ਬੈਠੇ ਨੇ ਇੱਥੇ, ਉਹਨਾਂ ਨੇ ਜਿਹੜਾ ਆਪਣਾ ਇੱਕ ਇਹ ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈ, ਨਾਟ ਓਨਲੀ ਫਿਜ਼ੀਓਥੈਰੇਪੀ ਡਿਪਾਰਟਮੈਂਟ, ਸਾਰੇ ਮੈਡੀਕਲ ਪ੍ਰੋਫੈਸ਼ਨ ਨੂੰ ਮਤਲਬ ਇੱਕ ਆਪਾਂ ਕਹਿ ਲਈਏ ਉਹ ਸਪਾਇਲ ਦੀ ਤਰ੍ਹਾਂ ਕਰਕੇ ਰੱਖਿਆ ਹੈਗਾ ਕਿ ਇੱਕ ਗਲਤ ਇੱਕ ਗਾਈਡਲਾਈਨ ਉਹਨਾਂ ਨੂੰ ਮਿਲ ਰਹੀ ਹੈ। ਅਤੇ ਫਿਜ਼ੀਓਥੈਰੇਪੀ ਦੇ ਵਿੱਚ ਰੀਹੈਬਿਲਿਟੇਸ਼ਨ ਹੁੰਦੀ ਹੈ। ਉਹ ਉਹਨਾਂ ਦੀ ਪਹਿਲਾਂ ਜਿਹੜੇ ਜਿਨ੍ਹਾਂ ਨੂੰ ਇੰਜਰੀ ਹੋ ਜਾਂਦੀ ਹੈ, ਸਪੋਰਟਸ ਇੰਜਰੀ ਜਾਂ ਜਿਨ੍ਹਾਂ ਦੀ ਸਪਾਈਨਲ ਕਾਰਡ ਇੰਜਰੀ, ਉਹਨਾਂ ਨੂੰ ਫਿਜ਼ੀਓਥੈਰੇਪੀ ਟ੍ਰੀਟਮੈਂਟ ਉਹਨਾਂ ਦੇ ਲਈ ਇੱਕ ਬਹੁਤ ਲਾਹੇਮੰਦ ਟ੍ਰੀਟਮੈਂਟ ਹੈ ਜੀ। ਕੀ ਸੱਚਮੁੱਚ ਇਹਦੇ ਨਾਲ ਇਲਾਜ ਹੁੰਦਾ ਹੀ ਆ ਜਾਂ ਸਿਰਫ ਉਹਦਾ ਹੀ ਆ? ਬਿਲਕੁਲ ਜੀ, ਬਿਲਕੁਲ। ਅੱਜ ਕੱਲ੍ਹ ਜੇ ਕਾਮਨ ਆਪਾਂ ਕੰਡੀਸ਼ਨ ਦੀ ਗੱਲ ਕਰੀਏ, ਸਰਵਾਈਕਲ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ, ਫੀਮੇਲਸ ਦੇ ਵਿੱਚ ਸਰਵਾਈਕਲ ਬਹੁਤ ਜ਼ਿਆਦਾ ਪ੍ਰੋਬਲਮ ਹੈ, OA ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਆਸਟੀਓਆਰਥਰਾਈਟਿਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਉਹ ਫੀਮੇਲ 'ਚ ਜ਼ਿਆਦਾ ਹੈਗੀ ਹੈ ਮੇਲਸ ਦੇ ਨਾਲੋਂ, ਕਿਉਂਕਿ ਆਫਟਰ 40 ਈਅਰਸ ਤੋਂ ਬਾਅਦ ਉਹਨਾਂ ਦੇ ਆਪਣਾ ਜੋ ਮੈਂਸਟ੍ਰੂਏਸ਼ਨ ਸਾਈਕਲਸ ਹੁੰਦੇ ਆ, ਉਹ ਮਤਲਬ ਪੀਰੀਅਡਸ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦੇ ਵਿੱਚ OA ਚੇਂਜਸ ਆਉਣ ਦੇ ਚਾਂਸਸ ਜ਼ਿਆਦਾ ਹੋਣ ਲੱਗ ਜਾਂਦੇ ਆ, ਜਿਹਦਾ ਇੱਕ ਹਾਰਮੋਨਲਸ ਪ੍ਰੋਬਲਮ ਕਰਕੇ ਉਹਨਾਂ ਦਾ ਜਿਹੜਾ ਕੈਲਸ਼ੀਅਮ ਹੈਗਾ ਉਹ ਘਟਣ ਲੱਗ ਜਾਂਦਾ ਹੈ। ਆਪਣੇ ਨੋਰਮਲ ਰੂਟੀਨ ਦੇ ਲਾਈਫ 'ਚ ਚੈੱਕਅਪ ਨਹੀਂ ਕੀਤਾ ਜਾਂਦਾ, ਜਿਹਦੇ ਕਰਕੇ ਆਸਟੀਓਆਰਥਰਾਈਟਿਸ ਹੋ ਜਾਂਦਾ ਹੈ। ਜਿਹੜੀਆਂ ਹੱਡੀਆਂ ਉਹ ਖੁਰਨੀਆਂ ਸ਼ੁਰੂ ਹੋ ਜਾਂਦੀਆਂ, ਗੋਡਿਆਂ ਦਾ ਜਿਹੜਾ ਜੁਆਇੰਟ ਦਾ ਜਿਹੜਾ ਫਲੂਇਡ ਹੁੰਦਾ ਉਹ ਫਲੂਇਡ ਘਟਣਾ ਸ਼ੁਰੂ ਹੋ ਜਾਂਦਾ, ਜਿਹਦੇ ਕਰਕੇ OA ਚੇਂਜਸ ਹੋਣ ਲੱਗ ਜਾਂਦੇ ਆ। ਲੋਅਰ ਬੈਕ ਇੱਕ ਪ੍ਰੋਬਲਮ ਹੈ ਵੀ ਆਪਾਂ ਟੂਈ ਦੇ ਕਮਰ ਦਰਦ ਲੈ ਕੇ ਬਹੁਤ ਆਉਂਦੇ ਨੇ ਆਪਣੇ ਭੈਣ ਭਰਾ, ਖਾਸ ਕਰਕੇ ਆਪਾਂ ਦੇਖੀਏ ਕਿ ਜਿਹੜਾ ਆਪਣਾ ਇੱਕ ਕਿਰਤੀ ਪਰਿਵਾਰਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਆਪਣੇ ਖੇਤੀਬਾੜੀ ਕਿੱਤੇ ਦੇ ਨਾਲ, ਉਹਨਾਂ ਨੂੰ ਟੂਈ ਦੀਆਂ ਬੜੀਆਂ ਸਮੱਸਿਆਵਾਂ ਆਉਂਦੀਆਂ। ਇੱਥੇ ਅਕਸਰ ਦੇਖੀਦਾ ਭੈਣ ਭਰਾ ਸਾਰੇ ਆਉਂਦੇ ਨੇ ਅਤੇ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਬੜਾ ਰਿਲੀਫ ਮਿਲਦਾ ਗਾ। ਇੱਥੇ ਆਪਣਾ 10-10 ਦਿਨ ਜਾਂ ਹਫਤਾ ਵਿਜ਼ਿਟ ਕਰਦੇ ਆ, ਉਹਦੇ ਨਾਲ ਉਹ ਬਿਲਕੁਲ ਕਿਉਰ ਹੋ ਕੇ ਚਲੇ ਜਾਂਦੇ ਆ, ਮੈਡੀਸਨ ਤੋਂ ਬਚ ਜਾਂਦੇ ਆ। ਜੇ ਉਹੀ ਪੇਨ ਕਿਲਰ ਵਿੱਚ ਤੁਸੀਂ ਕਿਸੇ ਆਰਥੋਪੈਡਿਸ਼ਨ ਕੋਲੇ ਚਲੇ ਜਾਓ, ਤੁਹਾਨੂੰ ਉਹਦੇ ਨਾਲ ਉਹ ਸਟੀਰੋਇਡ ਲਾਉਣਗੇ। ਸਟੀਰੋਇਡ ਦਾ ਸਾਈਡ ਇਫੈਕਟ ਵੀ ਕਿੰਨਾ ਹੁੰਦਾ ਹੈ। ਸਟੀਰੋਇਡ ਕਿਸੇ ਖਾਸ ਫੇਸ 'ਚ ਜਾ ਕੇ ਦਿੱਤਾ ਜਾਂਦਾ ਹੈ। ਆਪਣੇ ਤਾਂ ਇੱਥੇ ਇਨੀਸ਼ੀਅਲ ਚਲੇ ਜਾਓ, ਤੁਹਾਨੂੰ ਨਾਲ ਦੀ ਨਾਲ ਸਟੀਰੋਇਡ ਲਾ ਦਿੰਦੇ ਆ। ਉਹਨਾਂ ਸਾਰੀਆਂ ਚੀਜ਼ਾਂ ਤੋਂ ਰਾਹਤ ਮਿਲਦੀ ਹੈ, ਬਹੁਤ ਬੈਸਟ ਰਿਲੀਫ ਹੁੰਦਾ। ਬਹੁਤ ਕਾਮਨ ਪ੍ਰੋਬਲਮ ਨੇ ਜਿਹੜੀਆਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜ਼ਿਆਦਾ ਕੰਡੀਸ਼ਨਸ ਹੋ ਰਹੀਆਂ ਹੈਗੀਆਂ। ਮੈਂ ਜਿਵੇਂ ਸਰਵਾਈਕਲ ਦੀ ਗੱਲ ਕੀਤੀ ਹੈ, ਲੋਅਰ ਬੈਕ ਦੀ ਗੱਲ ਕੀਤੀ ਹੈ, OA ਦੀ ਗੱਲ ਕੀਤੀ ਹੈ। 1 ਬਾਏ 1 ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰਵਾਈਕਲ ਦੀ। ਸਰਵਾਈਕਲ ਹੁੰਦਾ ਕਿਵੇਂ ਹੈ, ਇਹ ਸਾਨੂੰ ਦੱਸਿਓ ਪਹਿਲਾਂ ਜੀ। ਉਹ ਸਰਵਾਈਕਲ ਇੱਕ ਇਹ ਹੈ, ਇੱਕ ਫਿਜ਼ੀਕ ਹੁੰਦਾ। ਫਿਜ਼ੀਕ ਮੈਂ ਤੁਹਾਨੂੰ ਦਿਖਾਊਂਗਾ, ਐਕਸਰੇ ਵੀ ਲੱਗਿਆ ਪਿਆ ਕਿ ਮੇਰੇ ਕੋਲ ਸਰਵਾਈਕਲ ਦਾ। ਉਹ ਫਿਜ਼ੀਕ 'ਚ ਕੀ ਹੁੰਦਾ ਨਾ, ਬੈਠਣ ਦਾ ਜਿਹੜਾ ਪੋਸਚਰ ਹੁੰਦਾ ਨਾ, ਉਹ ਪੋਸਚਰ ਗਲਤ ਹੁੰਦਾ ਹੈਗਾ। ਜ਼ਿਆਦਾਤਰ ਫੀਮੇਲ ਦਾ ਜਿਹੜਾ ਪੋਸਚਰ ਹੁੰਦਾ ਨਾ, ਜਿਹੜੇ ਆ ਸ਼ੋਲਡਰ ਹੁੰਦੇ ਆ ਆਪਣੇ, ਜਿਹੜੇ ਮੋਢੇ ਆ, ਇਹ ਪ੍ਰੋਟਿਊਡ ਹੋ ਜਾਂਦੇ, ਇਹ ਅੱਗੇ ਨੂੰ ਹੋ ਜਾਂਦੇ ਆ। ਅੱਗੇ ਨੂੰ ਹੋਣ ਕਰਕੇ ਉਹਨਾਂ ਨੂੰ ਇੱਦਾਂ ਬੈਠਣ ਦੀ ਆਦਤ ਪੈ ਜਾਂਦੀ ਆ। ਉਹ ਜਦੋਂ ਮੋਢੇ ਅੱਗੇ ਨੂੰ ਹੋ ਜਾਂਦੇ ਆ, ਪ੍ਰੋਟਿਊਡਡ ਫਾਰਮ 'ਚ ਹੋ ਜਾਂਦੇ ਆ, ਉਹਦੇ ਨਾਲ ਜਿਹੜੀ ਸਰਵਾਈਕਲ ਸਪਾਈਨ ਹੁੰਦੀ ਨਾ,
ਉੱਤੇ ਸਟ੍ਰੈਚ ਪੈ ਜਾਂਦਾ ਗਾ, ਉਹ ਵੀ ਖਿੱਚੀ ਜਾਂਦੀ ਹੈ। ਜਿਹੜੀ ਉਹਦੀ ਕਰਵ ਹੁੰਦੀ, ਨਾਰਮਲ ਕਰਵ ਹੁੰਦੀ ਹੈ, ਸੀ ਸ਼ੇਪ ਕਰਵ ਹੁੰਦੀ ਹੈ ਸਪਾਈਨ ਦੀ, ਉਹ ਜਿਹੜਾ ਕਰਵੇਚਰ ਹੈ ਉਹ ਵੀ ਖਰਾਬ ਹੋ ਜਾਂਦਾ। ਉਹ ਖਰਾਬ ਹੋਣ ਕਰਕੇ ਕੀ ਹੁੰਦਾ ਗਾ, ਜਿਹੜੇ ਨਰਵ ਹੁੰਦੀਆਂ ਆਪਣੀਆਂ ਬ੍ਰੇਨ 'ਚੋਂ ਨਾੜਾਂ ਦਾ ਗੁੱਛਾ ਨਿਕਲਦਾ ਹੈ, ਉਹਦੇ 'ਤੇ ਦਬਾਅ ਪੈਣਾ ਸ਼ੁਰੂ ਹੋ ਜਾਂਦਾ, ਜਿਹਦੇ ਕਰਕੇ ਬਾਹਾਂ 'ਚ ਦਰਦ ਜਾਂਦਾ ਹੈ, ਚੱਕਰ ਆਉਣ ਲੱਗ ਜਾਂਦੇ ਆ। ਉਹ ਵਿਚਾਰੀਆਂ ਭੈਣਾਂ, ਉਹ ਲੇਡੀਜ਼, ਉਹ ਕੀ ਕਰਦੀਆਂ, ਦਵਾਈਆਂ ਖਾਈ ਜਾਂਦੀਆਂ, ਦਵਾਈਆਂ ਪੇਨ ਕਿਲਰ ਕੀ ਕਰੂਗਾ ਜਦੋਂ ਤੱਕ ਤੁਹਾਡਾ ਪੋਸਚਰ ਨਹੀਂ ਕਲੀਅਰ ਹੋਊਗਾ। ਵਿਦਆਊਟ ਆਪਾਂ ਕਹਿ ਲਈਏ ਫਿਜ਼ੀਓਥੈਰੇਪੀ ਤੋਂ ਜਿਹੜਾ ਸਰਵਾਈਕਲ ਦਾ ਟ੍ਰੀਟਮੈਂਟ ਹੈ ਉਹ ਨਹੀਂ ਹੁੰਦਾ। ਕਿ ਲੋਕ ਕਹਿੰਦੇ ਵੀ ਮਾਲਿਸ਼ ਕਰਤੀ, ਮਾਲਿਸ਼ਾਂ ਨਾਲ ਨਹੀਂ ਫਰਕ ਪੈਂਦਾ। ਮਾਲਿਸ਼ ਇੱਕ ਚੀਜ਼ ਨੂੰ ਰਗੜੀ ਜਾਵਾਂਗੇ ਕਿ ਮਾਲਿਸ਼ ਤਾਂ ਇਫੈਕਟਿਵ ਉੱਥੇ ਹੁੰਦੀ ਹੈ ਜਿਹੜੇ ਸਪੋਰਟਸ ਦੇ ਨਾਲ ਰਿਲੇਟਡ, ਜਿਨ੍ਹਾਂ ਦੇ ਮਸਲ ਦੇ ਜਿਹੜੇ ਹੈਗੇ ਆ, ਮਸਲ ਟਾਈਟ ਹੋ ਜਾਂਦੇ ਆ, ਉਹਨਾਂ ਨੂੰ ਰਿਲੈਕਸੇਸ਼ਨ ਦੇ ਲਈ ਆਪਾਂ ਇੱਕ ਮਸਾਜ ਪ੍ਰੋਵਾਈਡ ਕਰਦੇ ਹਾਂ। ਬਟ ਇਹ ਹੱਲ ਨਹੀਂ ਹੁੰਦਾ, ਉਹਦਾ ਪ੍ਰੋਪਰ ਪੋਸਚਰ ਹੁੰਦਾ ਗਾ। ਮੈਂ ਤੁਹਾਨੂੰ ਇੱਕ ਐਕਸਰੇ ਦਿਖਾਉਣਾ ਗਾ, ਇੱਥੇ ਮੇਰੇ ਕੋਲੇ ਐਕਸਰੇ ਕਿਸੇ ਪੇਸ਼ੈਂਟ ਦਾ ਲੱਗਿਆ ਹੋਇਆ ਹੈਗਾ, ਆਪਾਂ ਸਾਰੇ ਦੇਖ ਸਕਦੇ ਹਾਂ। ਜਿਹੜਾ ਦੇਖੋ AP ਵਿਊ ਹੁੰਦਾ, ਅੰਟੀਰੀਅਰ ਪੋਸਟੀਰੀਅਰ ਵਿਊ, ਇਹ ਇੱਕ ਸਰਵਾਈਕਲ ਦਾ ਆਪਾਂ ਸਾਈਡ ਤੋਂ ਟੇਢਾ ਵਿਊ ਲੈਂਦੇ ਹਾਂ, ਲਿਟਰਲ ਵਿਊ ਕਹਿ ਦਿੰਦੇ ਆ। ਹੁਣ ਆਪਾਂ ਨੂੰ ਮਣਕੇ ਦਿਖ ਰਹੇ ਆ, ਇੱਕ ਤਾਂ ਇਹਦੀ ਸੀ ਸ਼ੇਪ ਪ੍ਰੋਪਰ ਹੈ ਨਹੀਂ ਗੀ, ਕਰਵੇਚਰ ਖਰਾਬ ਹੋਇਆ ਪਿਆ ਗਾ, ਇਹਦੀ ਸਟ੍ਰੇਟਨਿੰਗ ਹੋਈ ਪਈ ਆ, ਜਿਹਦੇ ਕਰਕੇ ਇਹਨਾਂ ਨੂੰ ਪੇਨ ਬਹੁਤ ਜ਼ਿਆਦਾ ਹੁੰਦਾ। ਸੈਕਿੰਡ ਤੇ ਇਹਨਾਂ ਦੇ ਕੀ ਹੋਇਆ ਪਿਆ, ਡੀਜਨਰੇਟਿਵ ਚੇਂਜਸ ਆਈਆਂ ਪਈਆਂ। ਆ ਦੇਖੋ ਮਣਕਿਆਂ ਦੀਆਂ ਚੁੰਝਾਂ ਬਣੀਆਂ ਪਈਆਂ, ਵਰਟੀਬਰਾ ਦੀਆਂ ਇਹਨਾਂ ਦੇ ਚੁੰਝਾਂ ਬਣੀਆਂ ਪਈਆਂ। ਉਹ ਚੁੰਝਾਂ ਕਰਕੇ ਇਹਨਾਂ ਨੂੰ ਸੀਵੀਅਰ ਪ੍ਰੋਬਲਮ ਆਉਂਦੀ ਹੈ। ਇਹ ਚੁੰਝਾਂ ਦਾ ਕੋਈ ਹੱਲ ਨਹੀਂ ਹੁੰਦਾ ਗਾ, ਇਹਦਾ ਹੱਲ ਇੱਕ ਟੈਂਪਰੇਰੀ ਰਿਲੀਫ ਹੁੰਦਾ ਗਾ, ਕੋਈ ਆਪਰੇਸ਼ਨ ਨਾਲ ਕਿਸੇ ਨਾਲ ਨਹੀਂ, ਫਿਜ਼ੀਓਥੈਰੇਪੀ ਦੇ ਨਾਲ ਇਹਨਾਂ ਨੂੰ ਜਸਟ ਇੱਕ ਰਿਲੈਕਸੇਸ਼ਨ ਮਿਲ ਜਾਂਦੀ ਹੈ। ਜੇ ਟਾਈਮ 'ਤੇ ਪਹਿਲਾਂ ਸਮਝਾਇਆ ਜਾਵੇ ਵੀ ਪ੍ਰੋਪਰ ਬੋਡੀ ਦੇ ਵਿੱਚ ਜਿਹੜਾ ਤੁਹਾਡਾ ਵਿਟਾਮਿਨ D ਹੈ ਜਾਂ ਕੈਲਸ਼ੀਅਮ ਆ, ਉਹਦੀ ਡੈਫੀਸ਼ੀਐਂਸੀ ਨਾ ਹੋਵੇ, ਤਾਂ ਕਰਕੇ ਠੀਕ ਰਹਿੰਦਾ। ਕਿਉਂਕਿ ਕੱਲਾ ਜਿਹੜਾ ਗੋਡਿਆਂ ਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਗੋਡਿਆਂ ਦਾ ਗਰੀਸ ਘਟ ਗਿਆ, ਆਸਟੀਓਆਰਥਰਾਈਟਿਸ ਹੋ ਗਿਆ, ਉਹ ਕੱਲਾ ਗੋਡਿਆਂ ਦਾ ਨਹੀਂ ਹੁੰਦਾ, ਉਹ ਸਪਾਈਨ ਦਾ ਵੀ ਹੁੰਦਾ ਗਾ। ਕਿਉਂਕਿ ਜਿਹੜੀ ਇਹਨਾਂ ਦੇ ਵਿੱਚ ਡਿਸਕ ਹੁੰਦੀ ਹੈ ਉਹ ਕਿਸੇ ਮਟੀਰੀਅਲ ਦੇ ਭਰੀ ਹੁੰਦੀ ਹੈ, ਦੋਨੇ ਮਣਕਿਆਂ ਦੇ ਵਿੱਚ, ਉਹਨੂੰ ਆਪਾਂ ਇੰਟਰਵਰਟੀਬਲ ਡਿਸਕ ਕਹਿ ਦਿੰਦੇ ਆ। ਉਹਦੇ 'ਚ ਇੱਕ ਗਰੀਸ ਹੁੰਦਾ, ਜਿਹਨੂੰ ਪੰਜਾਬੀ 'ਚ ਗਰੀਸ ਕਹਿ ਦਈਏ, ਸਾਡੀ ਭਾਸ਼ਾ ਦੇ ਵਿੱਚ ਨਿਊਕਲੀਅਸ ਪਲਪੋਜ਼ਸ ਤੇ ਐਨੂਲਸ ਫਾਈਬਰੋਸਿਸ ਹੁੰਦਾ, ਜਿਹੜਾ ਆਪਾਂ ਨੂੰ ਸ਼ੌਕ ਅਬਜ਼ਰਵਿੰਗ ਹੁੰਦਾ। ਉਹ ਜਦੋਂ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ, ਜਿਹੜੇ ਮਣਕੇ ਆ ਇਹਨਾਂ ਦੀ ਇੱਕ ਡੈਸੀਕੇਸ਼ਨ ਸਟਾਰਟ ਹੋ ਜਾਂਦੀ ਹੈ। ਮਣਕਿਆਂ 'ਚੋਂ ਪਾਣੀ, ਜਿਵੇਂ ਆਪਾਂ ਕਹਿ ਲਈਏ, ਆਹ ਦੇਖੋ ਖਾਲੀ ਲੱਗਦੇ ਪਏ ਆ, ਇਹ ਸੁੱਕ ਜਾਂਦੇ ਆ, ਜਿਹਦੇ ਕਰਕੇ ਡੀਜਨਰੇਟਿਵ ਚੇਂਜਸ ਹੋ ਜਾਂਦੇ ਆ। ਇਹ ਇੱਕ ਸਪਾਈਨ ਦਾ ਇੱਕ ਕੇਸ ਹੈ। ਸਪਾਈਨ ਦੇ ਵਿੱਚ ਕੈਂਸਰ ਕਾਜ਼ਿੰਗ ਅੱਜ ਕੱਲ੍ਹ ਜ਼ਿਆਦਾ ਫੀਮੇਲ 'ਚ ਹੋ ਰਿਹਾ, ਹੋਰ ਬੜੀਆਂ ਅਨੇਕਾਂ ਕਾਜ਼ਿਸ ਆ ਜਿਹਦੇ ਕਰਕੇ ਸਪਾਈਨ ਦੀ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ। ਇਹ ਤਾਂ ਹੈਗਾ ਆਪਣਾ ਸਰਵਾਈਕਲ ਦਾ ਕੇਸਿਸ ਜੀ। ਅੱਛਾ, ਜੇਕਰ ਆਪਾਂ ਪਹਿਲਾਂ ਹੀ ਬਚਣਾ ਹੋਵੇ ਵੀ ਇਹ ਸਾਨੂੰ ਹੋਵੇ ਹੀ ਨਾ, ਉਹਦੇ ਲਈ ਕੀ ਧਿਆਨ ਰੱਖਣਾ, ਕਿ ਬੈਠਣ ਦੇ ਤਰੀਕੇ ਨਾਲ ਵੀ ਇਹ ਤੇ ਪੈਂਦਾ ਜਾਂ ਕੀ ਹੋਰ ਤੁਸੀਂ ਦੱਸੋ? ਬਿਲਕੁਲ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਜੋ ਗਾਈਡ ਕਰਦਾ ਇੱਥੇ ਪੇਸ਼ੈਂਟਸ ਨੂੰ, ਮੈਂ ਪਹਿਲਾਂ ਇਹ ਕਰਦਾ ਵੀ ਤੁਹਾਡਾ ਜਿਹੜਾ ਪੋਸਚਰ ਆ ਉਹ ਸਹੀ ਰੱਖੋ। ਵੀ ਜਦੋਂ ਬਹਿਣਾ, ਇਰੈਕਟ ਹੋ ਕੇ ਬਹਿਣਾ, ਵੀ ਤੁਹਾਡੇ ਜਿਹੜੇ ਤੁਹਾਡੇ ਸ਼ੋਲਡਰ ਆ ਨਾ, ਉਹ ਤੁਹਾਡੇ ਅੱਗੇ ਨੂੰ ਨਾ ਝੁਕਣ, ਉਹ ਪਿੱਛੇ ਨੂੰ ਰਹਿਣ। ਜਿਨ੍ਹਾਂ ਦੀ ਤਾਂ ਆਦਤ ਬਣ ਜਾਂਦੀ ਆ ਉਹ ਤਾਂ ਪਿੱਛੇ ਰੱਖਦੇ ਆ, ਜਿਨ੍ਹਾਂ ਦੇ ਸ਼ੋਲਡਰ ਮੁੜੇ ਹੁੰਦੇ ਆ ਉਹਨਾਂ ਨੂੰ ਸਿੱਧੇ ਰੱਖਣੇ ਬਹੁਤ ਔਖੇ ਹੁੰਦੇ ਆ। ਤਾਂ ਉਹਨਾਂ ਨੂੰ ਮੈਂ ਜਿਵੇਂ ਤੁਸੀਂ ਇੱਕ ਚੇਅਰ 'ਤੇ ਬੈਠੇ ਹੋ, ਉਹਨਾਂ ਨੂੰ ਮੈਂ ਪਿੱਲੋ ਫੋਲਡ ਕਰਕੇ ਬੈਕ 'ਤੇ ਰੱਖਣ ਲਈ ਕਹਿ ਦਿੰਦਾ ਵੀ ਪਿੱਲੋ ਫੋਲਡ ਰੱਖ ਕੇ ਤੁਸੀਂ ਪਿੱਛੇ ਨੂੰ ਹੈਂਗ ਹੋ ਕੇ ਬੈਠੋ, ਜਿਹਦੇ ਨਾਲ ਜਿਹੜੇ ਸਪਾਈਨ ਦੇ ਜਿਹੜੇ ਤੁਹਾਡੀ ਉਹ ਸਹੀ ਰਹੂਗੀ ਅਤੇ ਮੋਢੇ ਤੁਹਾਡੇ ਪਿਛਾਂਹ ਰਹਿਣਗੇ। ਫਿਰ ਉਹਨਾਂ ਨੂੰ ਸਪਾਈਨ ਲਾਈਨ 'ਚ ਪ੍ਰੋਨ ਲਾਈਨ 'ਚ ਬੈੱਡ 'ਤੇ ਪਾ ਕੇ, ਉਲਟੇ ਪਾ ਕੇ ਉਹਨਾਂ ਨੂੰ ਐਕਸਰਸਾਈਜ਼ ਦੱਸੀ ਦੀ ਆ ਕਿ ਬਾਹਾਂ ਪਿਛਾਂਹ ਰੱਖ ਕੇ ਧੌਣ ਤਾਂ ਚੱਕੋ ਅਤੇ 10 ਗਿਣੋ, ਅਤੇ ਉਹ ਅਸੀਂ 10-10 ਦੇ 3 ਸੈੱਟ ਕਹਿ ਦਿੰਦੇ ਹਾਂ, ਮਤਲਬ ਰੈਪੀਟੇਸ਼ਨ। ਉਹਦੇ ਨਾਲ ਕੀ ਹੈ, ਜਿਹੜੀ ਸਰਵਾਈਕਲ ਸਪਾਈਨ ਹੈ ਉਹਦੀ ਸਟ੍ਰੇਟਨਿੰਗ ਹੁੰਦੀ ਹੈ, ਮਤਲਬ ਪ੍ਰੋਪਰ ਆਪਦੀ ਇੱਕ ਕਰਵ 'ਚ ਆਉਂਦੀ ਹੈ, ਜਿਹੜੇ ਮਸਲਸ ਹੈ ਉਹ ਰਿਲੈਕਸ ਹੋ ਜਾਂਦੇ ਹੈ। ਉਹ ਰੂਟੀਨ 'ਚ ਉਹਨੂੰ ਫੋਲੋ ਅਪ ਕਰਨਾ ਪੈਂਦਾ ਮਿਨੀਮਮ 1 ਮੰਥ, ਅਤੇ ਉਹਦੇ ਨਾਲ ਜਿਹੜਾ ਸਰਵਾਈਕਲ ਦੀ ਕੰਡੀਸ਼ਨ ਆ, ਜਿਹੜਾ ਉਹ ਪੋਸਚਰ ਹੁੰਦਾ ਗਾ, ਆਪਣੇ ਨਾਰਮਲ ਓਬੇਸਿਟੀ ਕਰਕੇ ਜਾਂ ਆਪਣੇ ਇੱਕ ਲਾਈਫ ਸਟਾਈਲ ਕਰਕੇ ਪ੍ਰੋਬਲਮ ਆਉਂਦੀ ਹੈ, ਉਹਦੇ ਨਾਲ ਕਿਉਰ ਹੋ ਜਾਂਦਾ ਜੀ। ਮਤਲਬ ਬਿਲਕੁਲ ਸਰਵਾਈਕਲ ਜਿਹੜੀ ਪ੍ਰੋਬਲਮ ਉਹਦੇ ਨਾਲ ਸਹੀ ਹੈ, ਐਕਸਰਸਾਈਜ਼ ਕਰਕੇ ਬਿਲਕੁਲ ਸਹੀ ਕਰ ਸਕਦੇ ਆਪਾਂ। ਬਿਲਕੁਲ ਡੈਫੀਨੇਟਲੀ ਐਕਸਰਸਾਈਜ਼ ਦਾ ਇੱਕ ਬਹੁਤ ਵਧੀਆ ਇੱਕ ਮੇਨ ਰੋਲ ਹੈ। ਮਤਲਬ ਇਹ ਅਵੇਅਰਨੈਸ ਲੋਕਾਂ 'ਚ ਜਾਣੀ ਚਾਹੀਦੀ ਹੈ। ਮੈਂ ਤੁਹਾਡੇ ਇੱਕ ਮਾਧਿਅਮ ਦੇ ਰਾਹੀਂ ਜਿੱਥੇ ਤੱਕ ਆਵਾਜ਼ ਜਾ ਰਹੀ ਹੈ, ਮੈਂ ਕਹਿੰਦਾ ਇਹ ਹਰ ਕਿਤੇ ਪ੍ਰੋਬਲਮ ਹੈ। ਜਿੱਥੇ ਆਪਾਂ ਬੈਠੇ ਹਾਂ ਇੱਥੇ ਆ, ਆਪਾਂ ਪੰਜਾਬ, ਆਲ ਓਵਰ ਇੰਡੀਆ, ਵਰਲਡ ਦੇ ਵਿੱਚ ਸਾਰੀਆਂ ਇਹ ਚੀਜ਼ਾਂ ਨੂੰ ਲੋਕ ਫੇਸ ਕਰ ਰਹੇ ਨੇ ਜੀ। ਬਿਲਕੁਲ। ਹੁਣ ਆਪਾਂ ਆਉਂਦੇ ਹਾਂ ਗੋਡਿਆਂ ਦੇ ਵੱਲ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਐਡਵਰਟਾਈਜ਼ਮੈਂਟ ਕੀਤੀ ਹੁੰਦੀ ਹੈ ਕਿ ਗੋਡੇ ਬਦਲਾਓ,
ਹੁਣ ਇੰਨੇ ਬਦਲਾਉਂਗੇ ਤਾਂ ਇੰਨੇ ਪੈਸੇ ਘੱਟ ਲਵਾਂਗੇ, ਇਦਾਂ ਮਤਲਬ ਆਫਰਸ ਵੀ ਦੇ ਰਹੇ ਆ ਗੋਡਿਆਂ ਨੂੰ ਵੀ ਇਹ ਗੋਡੇ ਬਦਲਾ ਦਿੰਦੇ ਆ, ਵੀ ਇਹਦੇ ਵਿੱਚ ਗੋਡਿਆਂ ਨੂੰ ਕੀ ਪ੍ਰੋਬਲਮ ਹੁੰਦੀ ਆ? ਸਭ ਤੋਂ ਪਹਿਲਾਂ ਇਹ ਦੱਸਿਓ। ਸਭ ਤੋਂ ਪਹਿਲਾਂ ਜਿਹੜਾ ਗੋਡੇ ਹੁੰਦੇ ਆ ਉਹਨੂੰ ਆਪਾਂ ਜਦੋਂ ਪ੍ਰੋਬਲਮ ਸਟਾਰਟ ਹੁੰਦੀ ਆ ਉਹਦੇ 'ਚ ਜਾਂ ਤਾਂ ਬੋਨਸ ਦੀ ਆਸਟੀਓਪੋਰੋਸਿਸ ਸਟਾਰਟ ਹੋ ਜਾਂਦੀ ਹੈ, ਹੱਡੀਆਂ ਖੁਰਨੀਆਂ ਸ਼ੁਰੂ ਹੋਣ ਲੱਗ ਜਾਂਦੀਆਂ ਕੈਲਸ਼ੀਅਮ ਦੀ ਘਾਟ ਕਰਕੇ, ਜਾਂ ਉਹਦੇ 'ਚ ਹੁੰਦਾ ਕੀ ਹੈ ਜਿਹੜਾ ਫਲੂਇਡ ਹੁੰਦਾ ਸਾਈਨੋਵਿਅਲ ਫਲੂਇਡ ਹੁੰਦਾ ਦੋਨਾਂ ਜੁਆਇੰਟ ਦੇ ਵਿੱਚ, ਜਿਵੇਂ ਆਪਾਂ ਕਹਿ ਦਈਏ ਇੱਕ ਬੈਰਿੰਗ ਦੇ ਵਿੱਚ ਇੱਕ ਗਰੀਸ ਹੁੰਦਾ ਉਵੇਂ ਗੋਡਿਆਂ ਦੇ ਵਿੱਚ ਇੱਕ ਫਲੂਇਡ ਹੁੰਦਾ ਜਿਹਨੂੰ ਸਾਈਨੋਵਿਅਲ ਫਲੂਇਡ ਕਹਿ ਦਿੰਦੇ ਆ, ਜਿਹਦੇ ਨਾਲ ਜਿਹੜੇ ਗੋਡੇ ਆ ਆਪਣਾ ਜਦੋਂ ਫੋਲਡ ਕਰਦੇ ਆ ਉਹ ਨਾਰਮਲ ਫੋਲਡ ਹੁੰਦੇ ਰਹਿੰਦੇ ਆ। ਜਦੋਂ ਕਿਸੇ 'ਚ ਕੈਲਸ਼ੀਅਮ ਘੱਟ ਜਾਂਦਾ ਉਹਦੇ ਗੋਡੇ ਦੀਆਂ ਚੁੰਝਾਂ ਬਣ ਜਾਂਦੀਆਂ ਗੀਆਂ, ਉਹਨੂੰ ਆਸਟੀਓਫਾਈਟਸ ਕਹਿ ਦਿੰਦੇ ਆ। ਉਹ ਫਿਰ ਜਦੋਂ ਨੀ ਫਲੈਕਸ਼ਨ ਕਰਦੇ ਆ, ਐਕਸਟੈਂਸ਼ਨ ਕਰਦੇ ਆ, ਗੋਡਾ ਸਿੱਧਾ ਕਰਦੇ ਆ, ਆਪਾਂ ਮੋੜਦੇ ਆ, ਉਦੋਂ ਦਰਦ ਹੁੰਦਾ। ਐਕਚੁਅਲ 'ਚ ਹੁੰਦਾ ਕੀ ਹੈ, ਜਾਂ ਤਾਂ ਵੇਟ ਜ਼ਿਆਦਾ ਹੋਣ ਕਰਕੇ ਜਿੰਨਾ ਉਹ ਬੋਡੀ ਵੇਟ ਬੀਅਰ ਨਹੀਂ ਕਰਦੀ ਪ੍ਰੋਪਰ, ਉਹ ਸਟ੍ਰੈਸ ਪੈਣ ਲੱਗ ਜਾਂਦਾ ਹੈ। ਉਹ ਵੇਟ ਜ਼ਿਆਦਾ ਹੋਣ ਕਰਕੇ ਕੀ ਆ ਫਲੂਇਡ ਘਟਣਾ ਸਟਾਰਟ ਹੋ ਜਾਂਦਾ, ਕਿਉਂਕਿ ਕੰਟੀਨਿਊ ਜਿਹੜਾ ਹੈਗਾ ਸਟ੍ਰੈਸ ਪੈਂਦਾ ਰਹਿੰਦਾ ਗਾ ਆਪਣਾ ਇੱਕ ਨੀ ਜੁਆਇੰਟ 'ਤੇ। ਉਹ ਨੀ ਕੰਟੀਨਿਊ ਸਟ੍ਰੈਸ ਪੈਣ ਦੇ ਨਾਲ ਫਲੂਇਡ ਘਟ ਜਾਂਦਾ ਅਤੇ ਜਿਹੜੇ ਗੋਡੇ ਉਹ ਆਪਸ ਵਿੱਚ ਦੀ ਜੁੜਨ ਲੱਗ ਜਾਂਦੇ ਆ, ਜਾਂ ਤਾਂ ਉਹਦਾ ਮੀਡੀਅਲ ਐਂਗਲ ਮੀਡਲ ਸਾਈਡ ਅੰਦਰਲਾ ਪਾਸਾ ਜਾਂ ਲੇਟਰਲ ਸਾਈਡ ਬਾਹਰਲਾ ਪਾਸਾ ਉਹ ਜੁੜ ਜਾਂਦਾ, ਜਿਹਦੇ ਕਰਕੇ ਆਪਾਂ ਜਦੋਂ ਗੋਡਾ ਸਿੱਧਾ ਕਰਦੇ ਹਾਂ ਦਰਦ ਹੁੰਦਾ। ਹੁਣ ਮੇਰੇ ਕੋਲ ਇੱਕ ਐਗਜ਼ਾਮਪਲ ਪਈ ਹੈ, ਮੈਂ ਤੁਹਾਨੂੰ ਉਹਦੀ ਐਕਸਰੇ ਦੀ ਐਗਜ਼ਾਮਪਲ ਦਿਖਾਉਣਾ ਵੀ ਆਮ ਤੌਰ 'ਤੇ ਕੇਸਿਸ ਹੁੰਦੇ ਕੀ ਹੈ। ਹੁਣ ਦੇਖੋ ਇਹ ਆਪਾਂ ਦੇਖ ਸਕਦੇ ਹਾਂ, ਇਹ ਪੇਸ਼ੈਂਟ ਦਾ ਸਟੈਂਡਿੰਗ ਦੇ ਵਿੱਚ ਐਕਸਰੇ ਕਰਾਇਆ ਹੋਇਆ ਖੜੇ ਹੋ ਕੇ, ਤੇ ਹੁਣ ਇਹਦੀ ਜਿਹੜੀ ਕੰਡੀਸ਼ਨ ਆ ਜੇ ਆਪਾਂ ਰਾਈਟ ਨੀ ਦੀ ਗੱਲ ਕਰੀਏ, ਠੀਕ ਹੈ, ਆਪਾਂ ਦੇਖ ਸਕਦੇ ਹਾਂ ਆਹ ਜਿਹੜਾ ਜੁਆਇੰਟ ਆ ਬਿਲਕੁਲ ਆ ਦੋਨੋਂ ਹੱਡੀਆਂ ਜੁੜ ਚੁੱਕੀਆਂ, ਇਹ ਨਾਲ ਜੁੜ ਚੁੱਕਿਆ ਬਿਲਕੁਲ। ਆਹ ਸਾਈਡ ਵਾਲਾ ਪਾਸਾ ਇੰਨਾ ਕੁ ਰਹਿੰਦਾ ਇਹਦਾ, ਠੀਕ ਹੈ, ਤੇ ਜਿਹੜਾ ਇਹਦਾ ਲੈਫਟ ਨੀ ਆ ਉਹਦਾ ਆਹ ਪਾਸਾ ਮੀਡੀਅਲ ਐਂਗਲ ਆ ਅੰਦਰਲਾ ਪਾਸਾ ਜੁੜ ਚੁੱਕਿਆ, ਤੇ ਆਹ ਨਹੀਂ ਜੁੜਿਆ ਉਹਦਾ, ਆਹ ਥੋੜਾ ਜਿਹਾ ਰਹਿੰਦਾ। ਇਹਦੇ ਵਿੱਚ ਇੰਨਾ ਇੱਕ ਉਂਗਲ ਜਿੰਨਾ ਗੈਪ ਹੁੰਦਾ ਗਾ ਸਹੀ ਨਾਰਮਲ ਜੁਆਇੰਟ ਵਿੱਚ, ਉਹ ਗੈਪ ਹੁੰਦਾ। ਉਹ ਗੈਪ ਦਾ ਇਨ ਦਾ ਸੈਂਸ ਉਹ 'ਚ ਫਲੂਇਡ ਹੁੰਦਾ ਜਿਹਦੇ ਨਾਲ ਗੋਡੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਸੈਕਿੰਡ ਤੇ ਇਹਦੇ ਕੀ ਹੈ, ਆ ਇਹਦੀਆਂ ਹੱਡੀਆਂ ਖੁਰਨੀਆਂ ਸ਼ੁਰੂ ਹੋ ਗਈਆਂ ਜਿਹਨੂੰ ਆਪਾਂ ਆਸਟੀਓਫਾਈਟ ਕਹਿ ਦਿੰਦੇ ਆ। ਹੁਣ ਜਿਹੜਾ ਇਹ ਗੋਡਾ ਜੁੜ ਗਿਆ ਦੁਨੀਆ ਤੇ ਇਹ ਕੀ ਹੈ, ਇੱਕ ਬਿਜ਼ਨਸ ਬਣਾ ਲਿਆ। ਉਹ ਬਿਜ਼ਨਸ ਬਣਾ ਲਿਆ, ਜਿਹਦੇ ਕੋਲੇ ਚਲੇ ਗਏ ਉਹਨੇ ਕਹਿਣਾ ਜੀ ਮੈਂ ਤੁਹਾਡੇ 'ਚ ਗਰੀਸ ਬਣਾ ਦੂੰਗਾ, ਠੀਕ ਹੈ, ਤੁਸੀਂ ਆਹ 1000 ਰੁਪਏ ਦਾ ਤੇਲ ਲੈ ਲਓ। ਇਹੀ ਆਮ ਤੌਰ ਤੇ ਅੱਜ ਕੱਲ ਗਮਰਾਹ ਕਰੀ ਜਾਂਦੇ ਲੋਕ, ਭੋਲੇ ਭਾਲੇ ਹੈਗੇ ਆ। ਇੰਜੈਕਸ਼ਨ ਵੀ ਲਾਉਂਦੇ ਵੀ ਗਰੀਸ ਪਾਤਾ। ਉਹ ਇੰਜੈਕਸ਼ਨ ਕੀ ਹੁੰਦਾ, ਇੰਜੈਕਸ਼ਨ ਐਕਚੁਅਲੀ ਸਟੀਰੋਇਡ ਹੁੰਦਾ। ਉਹ ਸਟੀਰੋਇਡ ਦੇ ਨਾਲ 3 ਤੋਂ 6 ਮਹੀਨੇ ਪੇਸ਼ੈਂਟ ਕੱਢ ਜਾਂਦਾ, ਉਹਦੇ ਨਾਲ ਉਹਦੇ ਦਰਦ ਨਹੀਂ ਹੁੰਦਾ, ਜਿਹਦੇ ਨਾਲ ਉਹਨੂੰ ਐਂ ਲੱਗਦਾ ਕਿ ਮੈਂ ਹੁਣ ਠੀਕ ਹੋ ਗਿਆ। ਪਰ ਉਹਦੇ ਨਾਲ ਗਰੀਸ ਨਹੀਂ ਬਣਦਾ। ਗਰੀਸ ਬਣਾਉਣ ਵਾਲੀ ਤਾਂ ਅੱਜ ਤੱਕ ਵਰਲਡ 'ਤੇ ਰਿਸਰਚ ਹੋਈ ਨਹੀਂ ਵੀ ਜਿਹਦੇ, ਉਹ ਤਾਂ ਇੱਕ ਗਲੂਕੋਜ਼ਾਮਾਈਨ ਦੇ ਦਿੰਦੇ ਆ ਜਿਹਦੇ ਨਾਲ ਆਪਣੇ ਇੱਕ ਉਹਦੇ ਨਾਲ ਇੱਕ ਹਲਕੀ ਜੀ ਇੱਕ ਲਚਕ ਬਣੀ ਰਹਿੰਦੀ ਹੈ। ਪਰ ਗਰੀਸ ਤਾਂ ਕੁਦਰਤ ਪਰਮਾਤਮਾ ਵੱਲੋਂ ਆਪਣੇ ਬੋਡੀ ਵਿੱਚ ਜਨਰੇਟ ਹੁੰਦਾ, ਇਹ ਦੁਬਾਰੇ ਨਹੀਂ ਬਣਦਾ। ਜਿਹੜਾ ਹੁਣ ਆਹ ਗੋਡੇ ਦਾ ਗਰੀਸ ਮੁੱਕ ਗਿਆ, ਗੋਡਾ ਜੁੜ ਗਿਆ, ਇਹਨੂੰ ਕੋਈ ਦੁਨੀਆ ਦੀ ਤਾਕਤ ਆ ਇਹਨੂੰ ਬਿਨਾਂ ਆਪਰੇਸ਼ਨ ਤੋਂ ਗੋਡਾ ਬਦਲੇ ਤੋਂ ਇਹਨੂੰ ਸੈੱਟ ਹੀ ਨਹੀਂ ਕਰ ਸਕਦੀ। ਇਸ ਕੇਸ 'ਚ ਆਪਾਂ ਨੂੰ ਗੋਡੇ ਬਦਲਣੇ ਪੈਂਦੇ ਆ ਜਦੋਂ ਬਿਲਕੁਲ ਜੁਆਇੰਟ ਫਿਊਜ਼ ਹੋ ਜਾਂਦੇ ਆ। ਪਰ ਜਦੋਂ ਫਿਊਜ਼ ਨਹੀਂ ਵੀ ਹੋਏ ਹੁੰਦੇ, ਆ ਥੋੜੀਆਂ ਸਾਈਡਾਂ ਹੋਈਆਂ ਹੁੰਦੀਆਂ, ਉਹਦੇ ਨਾਲ ਕੀ ਹੈ, ਅਸੀਂ ਕੀ ਕਰਦੇ ਹਾਂ ਫਿਜ਼ੀਓਥੈਰੇਪੀ 'ਚ ਕੀ ਹੁੰਦਾ, ਜੇ ਮੰਨ ਲਓ ਸਾਡੇ ਕੋਲੇ ਆਹੀ ਕੇਸ ਆ ਗਿਆ, ਉਹਦੇ ਕੋਲੇ ਪੈਸੇ ਹੈ ਨਹੀਂਗੇ ਵੀ ਮੈਂ ਗੋਡਾ ਬਦਲਾਵਾਂ, ਠੀਕ ਹੈ, ਘਰ ਦੇ ਸਰਕਮਸਟਾਂਸਿਸ ਜਾਂ ਸਿਚੁਏਸ਼ਨ ਇਹੋ ਜਿਹੀ ਹੈ, ਅਸੀਂ ਇਸ ਕੇਸ 'ਚ ਉਹਨੂੰ ਪ੍ਰੋਪਰ ਐਕਸਰਸਾਈਜ਼ ਕਰਾਈ ਦੀ ਆ ਵੀ ਉਹ ਐਕਸਰਸਾਈਜ਼ ਕਰੇ। ਉਹਦੇ ਨਾਲ ਜਿਹੜਾ ਇਹਦਾ ਨੀ ਜੁਆਇੰਟ ਹੈ, ਲਿਗਾਮੈਂਟਸ ਹੈ, ਸਾਰੇ ਮਾਸਪੇਸ਼ੀਆਂ ਜੁਆਇੰਟ ਆ ਜਿਹੜਾ ਉਹ ਮਜ਼ਬੂਤ ਹੋਵੇ, ਜਿਹਦੇ ਨਾਲ ਉਹਨੂੰ ਚੱਲਣਾ ਫਿਰਨਾ ਸੌਖਾ ਹੋਵੇ। ਤੇ ਜਿਹੜਾ ਪੇਨ ਨੂੰ ਰਿਲੀਫ ਕਰਨ ਵਾਸਤੇ ਪੈਰਾਫਿਨ ਵੈਕਸ ਤੇ ਆਪਣਾ ਟੈਂਸ ਹੁੰਦਾ ਟਰਾਂਸਕੂਟੇਨੀਅਸ ਇਲੈਕਟ੍ਰੀਕਲ ਨਰਵ ਸਟਿਮੂਲੇਸ਼ਨ, ਆਪਣੇ ਕੋਲੇ ਇੱਕ ਡਿਵਾਈਸ ਹੁੰਦੀ ਆ, ਉਹ ਲਾ ਕੇ ਪੇਨ ਨੂੰ ਆਪਾਂ ਬਲੌਕ ਕਰ ਦਿੱਤਾ ਜਾਂਦਾ, ਜਿਹਦੇ ਨਾਲ ਉਹਦਾ ਕੀ ਹੈ, ਜਿੱਥੇ ਗੋਡੇ ਨੇ 2 ਸਾਲ ਚੱਲਣਾ ਸੀ ਉਹਦਾ ਲਾਈਫ ਟਾਈਮ ਜਿਹੜਾ ਹੈਗਾ ਉਹਦਾ ਹੋਰ ਵੱਧ ਜਾਂਦਾ, ਠੀਕ ਹੈ। ਜੇ ਆਪਣੇ ਕੋਲੇ ਇਨੀਸ਼ੀਅਲ ਸਟੇਜਸ 'ਤੇ ਆ ਜਾਣ ਵੀ ਇਹ ਕੰਡੀਸ਼ਨ ਸਟਾਰਟ ਹੋ ਰਹੀ ਹੈ, ਫਿਰ ਤਾਂ ਆਪਾਂ ਆਪਰੇਟ ਵੱਲ ਜਾਣ ਉਹਨਾਂ ਨੂੰ ਆਪਾਂ ਦਿੰਦੇ ਹੀ ਨਹੀਂਗੇ। ਪਰ ਉਹ ਜਿਹੜੇ ਮੈਂ ਤੁਹਾਡੇ ਇੱਕ ਚੈਨਲ ਦੇ ਰਾਹੀਂ ਇੱਕ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਕਿ ਇਹ ਕਹਿ ਦਿੰਦੇ ਆ ਵੀ ਤੇਲ ਲੈ ਲਓ, ਉਹ ਤੇਲ ਕੀ ਹੁੰਦਾ, ਬੇਸਿਕਲੀ ਤੇਲ ਦੇ ਵਿੱਚ ਆਪਣਾ ਇੱਕ ਐਨਸਥੀਸੀਆ ਟਾਈਪ ਉਹ ਹੁੰਦਾ ਗਾ, ਜਿਹਦੇ ਨਾਲ ਆਪਾਂ ਜਦੋਂ ਤੇਲ ਦੀ ਮਾਲਿਸ਼ ਕਰ ਲੈਂਦੇ ਹਾਂ ਉਹ ਸੁੰਨ ਹੋ ਜਾਂਦਾ, ਅਤੇ ਉਹ ਸੁੰਨ ਜਦੋਂ ਹੋ ਜਾਂਦਾ ਤਾਂ ਆਪਾਂ ਨੂੰ ਐਂ ਲੱਗਦਾ ਵੀ ਸਾਨੂੰ ਦਰਦ ਤੋਂ ਰਿਲੀਫ ਹੋ ਗਿਆ।
ਉਹ ਟੈਂਪਰੇਰੀ ਰਿਲੀਫ ਤਾਂ ਮਿਲ ਜਾਂਦਾ ਹੈ, ਪਰ ਉਹ ਤੇਲ ਇਹ ਕਹਿ ਕੇ ਨਹੀਂ ਵੇਚਿਆ ਜਾ ਸਕਦਾ ਵੀ ਤੁਹਾਡਾ ਵੀ ਗਰੀਸ ਪੂਰਾ ਹੋ ਜਾਊਗਾ, ਵੀ ਪੱਕਾ ਇਲਾਜ ਨਹੀਂਗਾ। ਗਰੀਸ ਵਾਲਾ ਕੋਈ ਹੱਲ ਹੀ ਨਹੀਂ, ਇਹ ਸਿਰਫ ਇੱਕ ਗਮਰਾਹ ਵਾਲਾ ਕੰਮ ਹੈ ਵੀ ਜਿਹੜਾ ਅੱਜ ਕੱਲ੍ਹ ਬਹੁਤ ਗਮਰਾਹ ਕਰੀ ਜਾਂਦੇ ਆ। ਤੁਸੀਂ ਕਿਸੇ ਔਰਤ ਕਿਸੇ ਤੁਸੀਂ ਟ੍ਰੀਟਮੈਂਟ ਲੈਣ ਲਈ ਚਲੇ ਜਾਓ, ਨਾਲ ਤੁਹਾਨੂੰ ਤੇਲ ਦੀ ਸ਼ੀਸ਼ੀ ਦੇਣਗੇ ਵੀ ਆਹ ਲੈ ਕੇ ਜਾਓ ਜੀ, ਤੁਹਾਨੂੰ ਫਿਰ ਉਹਦੇ ਨਾਲ ਪੇਨ ਕਿਲਰ ਦੇਣਗੇ, ਸਟੀਰੋਇਡ ਦੇਣਗੇ, ਉਹਦੇ ਨਾਲ ਬੰਦਾ ਮਹੀਨਾ ਕੁ ਦਵਾਈ ਲੈਂਦਾ, ਉਦੋਂ ਬਾਅਦ ਠੀਕ ਨਹੀਂ ਹੁੰਦਾ, ਉਹ ਗਾਂਹ ਵਾਲੇ ਕੋਲੇ ਚਲਾ ਜਾਂਦਾ। ਬਾਕੀ ਜਦੋਂ ਸਾਡੇ ਕੋਲੇ ਮਰੀਜ਼ ਆਉਂਦਾ ਸੀ, ਉਹਨੂੰ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਜਿਹੜੀ ਉਹਦਾ ਰਿਐਲਿਟੀ ਹੁੰਦੀ ਆ ਉਹ ਅੱਗੇ ਰੱਖ ਦੇਈਦੀ ਆ। ਇਹ ਅੱਜ ਕੱਲ੍ਹ ਦੇ ਟਾਈਮ 'ਚ ਹੈ, ਇਹਦੇ ਲਈ ਇਹ ਪ੍ਰੋਬਲਮ ਨਾ ਹੋਣ, ਗੋਡੇ ਨਾ ਜੁੜਨ। ਹਾਂ, ਇਹਦੇ 'ਚ ਧਿਆਨ ਇਹ ਰੱਖਣਾ ਚਾਹੀਦਾ, ਇੱਕ ਤਾਂ ਤੁਹਾਡਾ ਜਿਹੜਾ weight ਹੈ ਉਹਨੂੰ ਕੰਟਰੋਲ ਕਰੋ, ਠੀਕ ਹੈ, weight ਜ਼ਿਆਦਾ ਵਧਣ ਨਾ ਦਿਓ, ਠੀਕ ਹੈ, ਉਹਨੂੰ weight ਨੂੰ ਕੰਟਰੋਲ 'ਚ ਰੱਖੋ। ਜੇ weight ਵੱਧਦਾ ਤਾਂ ਤੁਸੀਂ ਉਹਦਾ ਆਲਟਰਨੇਟਿਵ ਲੱਭੋ ਵੀ ਕਿਵੇਂ ਅਸੀਂ ਉਹਨੂੰ ਆਪਣਾ ਘੱਟ ਕਰ ਸਕਦੇ ਹਾਂ। ਪਰ ਜਦੋਂ ਤੁਹਾਡਾ weight ਵੱਧਦਾ, ਹੁਣ ਇੱਕਦਮ ਤਾਂ weight ਘਟਣਾ ਨਹੀਂ, ਤਾਂ ਤੁਸੀਂ ਕੀ ਪ੍ਰੀਕਾਸ਼ਨਸ ਕੀ ਰੱਖੋ ਵੀ ਜਿਹਦੇ ਦੇ ਨਾਲ ਤੁਹਾਡੇ ਨੀ 'ਤੇ ਸਟ੍ਰੈਸ ਨਾ ਆਵੇ। ਇੱਕ ਬ੍ਰੇਸਿਸ ਆਉਂਦੇ ਨੇ ਨੀ ਦੇ ਲਈ, ਜਿਵੇਂ ਆਪਣੇ ਇਹ ਨੀ ਕੈਪ ਆ, ਉਵੇਂ ਇੱਕ ਨੀ ਕੈਪ ਤੋਂ ਬੈਸਟ ਆਉਂਦੇ ਨੇ ਬ੍ਰੇਸ। ਉਹ ਨੀ 'ਤੇ ਚੜ੍ਹ ਕੇ ਉਹਦੇ ਟੇਪ ਲੱਗ ਜਾਂਦੀ ਆ ਜੀ, ਉਹ ਕੀ ਕਰਦੇ ਆ, ਜੁਆਇੰਟ ਨੂੰ ਸਟੇਬਲ ਕਰ ਲੈਂਦੇ ਆ। ਜਿਹੜਾ ਬਾਡੀ ਦਾ weight ਹੁੰਦਾ ਉਹ ਜੁਆਇੰਟ 'ਤੇ ਨਹੀਂ ਆਉਂਦਾਗਾ, ਉਹ ਪੈਰਾਂ 'ਤੇ ਆਉਣ ਲੱਗ ਜਾਂਦਾ, ਤੇ ਜਿਹਦੇ ਕਰਕੇ ਉਹਨੂੰ ਚੱਲਣ ਫਿਰਨ 'ਚ ਉਹਨੂੰ ਕੰਫਰਟੇਬਲ ਰਹਿੰਦਾ ਤੇ ਉਹ ਈਜ਼ੀ ਰਹਿੰਦਾ। ਬਾਕੀ ਕੈਲਸ਼ੀਅਮ ਦਾ ਜਿਹੜਾ ਹੈਗਾ ਰੂਟੀਨ ਚੈੱਕਅਪ ਹੁੰਦਾ ਰਵੇ 6 ਮੰਥ ਬਾਅਦ, ਵੀ ਕੈਲਸ਼ੀਅਮ ਬਾਡੀ 'ਚ ਘਟਦਾ ਨਹੀਂ। ਕੈਲਸ਼ੀਅਮ ਦੀ ਗੱਲ ਕਰੀਏ ਤੇ ਛੋਟੇ ਬੱਚੇ ਤੋਂ ਸ਼ੁਰੂ ਹੋ ਜਾਂਦੀ ਹੈ ਚੀਜ਼ ਵੀ ਇਹਦੇ ਵਿੱਚ ਕੈਲਸ਼ੀਅਮ ਦੀ ਕਮੀ ਆ। ਜੋ ਵੱਡਾ ਹੋਵੇ ਤੇ ਕੈਲਸ਼ੀਅਮ ਦੀ ਕਮੀ ਆ ਜੀ, ਕੈਲਸ਼ੀਅਮ ਕਰਕੇ ਮਤਲਬ ਕਿ ਜ਼ਿਆਦਾ ਜਿਹੜੀਆਂ ਹੱਡੀ ਦੀਆਂ ਪ੍ਰੋਬਲਮ ਉਹ ਕੈਲਸ਼ੀਅਮ ਕਰਕੇ ਹੀ ਹੁੰਦੀਆਂ। ਸਹੀ ਹੈ। ਤੇ ਕੈਲਸ਼ੀਅਮ ਕਿਉਂ ਘਟ ਰਿਹਾ ਅੱਜ ਕੱਲ੍ਹ? ਇਹ ਐਕਚੁਅਲ 'ਚ ਕੀ ਹੈ ਨਾ, ਜਿਹੜੀ ਆਪਣੀ ਵਿਟਾਮਿਨ ਡੀ ਕਿਵੇਂ ਹੱਡੀਆਂ ਨੂੰ ਕਿਵੇਂ ਮਿਲਦਾ ਪ੍ਰੋਪਰ, ਆਪਾਂ ਤਾਂ ਆਲਟਰਨੇਟਿਵ ਹਰ ਕੋਈ ਬੰਦਾ ਤਰੀਕੇ ਨਾਲ ਲੈਣਾ ਚਾਹੁੰਦਾ ਵੀ ਗੋਲੀ ਲੈ ਲਓ ਤੇ ਜਾਂ ਸੈਸ਼ੇ ਦੇ ਦਿੰਦੇ ਆ ਵੀ ਇਹਨਾਂ ਨਾਲ ਪੂਰਾ ਹੋ ਜਾਊਗਾ। ਪਰ ਜਿਹੜਾ ਨੈਚੁਰਲ ਰਿਸੋਰਸਿਸ ਆ ਨਾ, ਜਿਹੜਾ ਉਹ ਆਪਣਾ ਸਨਲਾਈਟ ਹੈ, ਉਹ ਧੁੱਪ ਹੈ, ਉਹ ਧੁੱਪ ਜਿਹੜੀ ਹੈਗੀ ਆ ਉਹ ਲੈਣੀ ਜ਼ਰੂਰੀ ਹੈ। ਉਹ ਧੁੱਪੇ ਤਾਂ ਆਪਾਂ ਧੁੱਪ ਤਾਂ ਮੱਥੇ ਵੀ ਨਹੀਂ ਲੱਗਦੇ, ਸੂਰਜ ਦਾ ਤਾਂ ਚੜ੍ਹਨ ਵੇਲੇ ਉਹ ਆਪਾਂ ਉਦੋਂ ਉੱਠਦੇ ਵੀ ਬਾਅਦ 'ਚ ਆ, ਠੀਕ ਹੈ ਨਾ। ਜੇ ਘਰੋਂ ਨਿਕਲੇ ਗੱਡੀ 'ਚ ਬਹਿ ਕੇ, ਮਤਲਬ ਕਹਿਣ ਦਾ ਭਾਵ ਕੀ ਹੈ ਵੀ ਕੈਲਸ਼ੀਅਮ ਦੀ ਜਿਹੜੀ ਕਮੀ ਹੈ ਨਾ, ਇਹ ਉਹਨਾਂ ਹੀ ਲੋਕਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਜਿਹੜੇ ਆਪਣਾ ਸਨਲਾਈਟ ਦੇ ਜਿਹੜੇ ਉਹਦੇ ਐਕਸਪੋਜ਼ਰ ਤੋਂ ਦੂਰ ਰਹਿੰਦੇ ਆ, ਠੀਕ ਹੈ, ਉਹਨਾਂ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਹੁਣ ਬੱਚੇ ਆ, ਬੱਚਿਆਂ ਨੂੰ ਟਾਈਮ ਨਾਲ ਪਰਿਵਾਰ ਧੁੱਪ ਵੀ ਦਵਾਵੇ, ਤੜਕੇ ਸੰਧਿਆ ਜੇ ਗਰਮੀ ਤੋਂ ਟਾਈਮ ਨਾਲ ਬੱਚੇ ਨੂੰ ਕੱਢੇ, ਉਨੀ ਕੁ ਧੁੱਪ ਚਾਹੀਦੀ ਹੈ। ਉਹਦੇ ਨਾਲ ਉਹਦੇ ਜਿਹੜੇ ਕਿਉਂਕਿ ਜਿਹੜਾ ਵਿਟਾਮਿਨ ਡੀ ਹੈ ਨਾ, ਉਹ ਆਪਣੀ ਜਿਹੜੀ ਬੈਕ ਹੁੰਦੀ ਆ, ਉਹਦੇ ਪ੍ਰੋਪਰ ਉਹਦੇ ਨਾਲ ਸਿੰਥੇਸਿਸ ਹੁੰਦੀ ਆ, ਉਹਦੇ ਥਰੂ ਸਨਲਾਈਟ ਦੇ ਥਰੂ ਵਿਟਾਮਿਨ ਡੀ ਬਣਦਾਗਾ, ਫਿਰ ਜਾ ਕੇ ਹੱਡੀਆਂ 'ਚ ਡਿਪੋਜ਼ਿਟ ਹੁੰਦਾ, ਉਹ ਹੁੰਦਾਗਾ। ਜਦੋਂ ਉਹ ਕੰਮ ਨਹੀਂ ਕਰਦੇ ਫਿਰ ਤਾਂ ਕਰਕੇ ਉਹਨਾਂ ਨੂੰ ਬਾਹਰੋਂ ਦੇਣਾ ਪੈਂਦਾ। ਇਹ ਜ਼ਿਆਦਾ ਕਾਰਨ ਹੈ ਘਟਣ ਦੇ। ਇੱਕ ਕਾਰਨ ਇਹ ਵੀ ਹੈ ਕਿ ਆਪਾਂ ਵਿਟਾਮਿਨ ਡੀ ਜਿਹੜੀ ਚੀਜ਼ ਤੋਂ ਬਣਦਾ ਆਪਾਂ ਉਹ ਚੀਜ਼ਾਂ ਹੀ ਨਹੀਂ ਖਾਂਦੇ। ਦੁੱਧ ਵਗੈਰਾ ਅੱਜ ਕੱਲ੍ਹ ਜਦੋਂ ਪੁੱਛੀਦਾ, ਨਾ ਜੀ ਦੁੱਧ ਤਾਂ ਅਸੀਂ ਪੀਂਦੇ ਨਹੀਂ, ਦੁੱਧ ਤਾਂ ਬੰਦ ਹੈ, ਸਾਡੀ ਤਾਂ ਦਹੀਂ ਬੰਦ ਹੈ। ਇਹ ਨੋਰਮਲ ਡਾਈਟ ਖੁਰਾਕ ਆ ਜਿਹੜੀ ਲੈਣੀ ਚਾਹੀਦੀ ਹੈ। ਉਹਦੇ ਨਾਲ ਕੀ ਹੈ, ਜਿਹੜੇ ਜੁਆਇੰਟ ਹੈ, ਹੱਡੀਆਂ, ਉਹ ਆਪਣੇ ਜੁਆਇੰਟ ਆ ਉਹ ਮਜ਼ਬੂਤ ਰਹਿੰਦੇ ਆ। ਬਾਕੀ ਐਕਸਰਸਾਈਜ਼ ਜਿਹੜਾ ਹੈਗਾ ਉਹ ਦਿਨ ਦੇ ਵਿੱਚ ਰੂਟੀਨ ਦੇ ਵਿੱਚ ਪਸੀਨਾ ਘੰਟਾ ਕੁ ਬੰਦੇ ਨੂੰ ਆਉਣਾ ਚਾਹੀਦਾ, ਜਿਹਦੇ ਨਾਲ ਇੱਕ ਬੰਦੇ ਦਾ ਹਾਰਮੋਨਲ ਲੈਵਲ ਆ ਜਿਹੜਾ ਉਹ ਬੈਲੈਂਸ ਰਹਿੰਦਾ, ਤੇ ਜਿਹਦੇ ਨਾਲ ਅੰਦਰਲਾ ਜਿਹੜਾ ਪ੍ਰੋਪਰ ਜਿੰਨੀਆਂ ਵੀ ਆਪਣੇ ਅੰਦਰ ਸਿੰਥੇਸਿਸ ਚੀਜ਼ਾਂ ਹੁੰਦੀਆਂ ਉਹ ਸਹੀ ਚੱਲਦੀਆਂ ਰਹਿੰਦੀਆਂ। ਇਹ ਉਹਦੇ ਕਾਰਨ ਆ। ਬਿਲਕੁਲ ਜੀ। ਅੱਛਾ, ਹੁਣ ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ। ਉਹ ਹੈ ਢੂਈ ਨੂੰ ਲੈ ਕੇ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਜੀ ਢੂਈ ਦੁਖਦੀ ਆ, ਕੰਮ ਕੋਈ ਕਰ ਲਿਆ ਇਹਦੇ ਢੂਈ ਹਿੱਲੀ ਪਈ ਆ, ਕਹਿੰਦੇ ਮੇਰੀ ਢੂਈ ਹਿੱਲ ਗਈ ਕਹਿੰਦੇ ਆ ਵੀ ਉਹ ਕਿਉਂ ਢੂਈ ਦੀਆਂ ਇੰਨੀਆਂ ਪ੍ਰੋਬਲਮਸ ਆ ਰਹੀਆਂ ਨੇ? ਹਾਂ, ਇਹ ਬਹੁਤ ਵਧੀਆ ਇੱਕ ਪੁਆਇੰਟ ਰੱਖਿਆ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੱਕ ਕਾਮਨ ਬਿਮਾਰੀ ਹੈ, ਕਾਮਨ ਕਾਜ਼ ਪ੍ਰੋਬਲਮ ਹੈ, ਇਹ ਆਪਣਾ ਕਹਿ ਲਈਏ ਇੱਕ ਸਪਾਈਨ ਦਾ, ਠੀਕ ਹੈ, ਸਪਾਈਨ ਦਾ। ਜਿੰਨੇ ਲੋਕ ਇੱਥੇ ਆਉਂਦੇ ਆ, ਲੋਕਾਂ ਦਾ ਤਾਂ ਕੋਈ ਕਸੂਰ ਹੀ ਨਹੀਂ। ਹੁਣ ਲੋਕ ਜਦੋਂ ਮੇਰੇ ਕੋਲੇ ਆ ਗਏ, ਉਹਨਾਂ ਨੇ ਤਾਂ ਇਹ ਦੇਖਣਾ ਵੀ ਯਾਰ ਇੱਕ ਡਾਕਟਰ ਕੋਲੇ ਚੱਲੇ ਆ, ਉਹਦਾ ਮੇਜ਼ ਕੁਰਸੀ ਲੱਗਿਆ, ਉਵੇਂ ਉਹਦਾ ਸੈਟਅਪ ਆ, ਉਹਦੇ ਕੋਲੇ ਜਾ ਕੇ ਆਪਾਂ ਦਵਾਈ ਲੈਂਦੇ ਆ। ਉਹਨਾਂ ਨੇ ਕਿਹੜਾ ਡਿਗਰੀ ਪੁੱਛਣੀ ਹੁੰਦੀ ਹੈ, ਠੀਕ ਹੈ। ਵੱਡੇ ਹਸਪੀਟਲ ਦੇ ਵਿੱਚ, ਫੋਰਨ ਦੇ ਵਿੱਚ ਜਿਨ੍ਹਾਂ ਕੋਲੇ ਕੁਆਲੀਫਿਕੇਸ਼ਨ ਹੋਊਗੀ ਉਹੀ ਵਾਈਟ ਕਾਲਰ ਜੌਬ ਕਰ ਸਕਦਾ, ਅਦਰਵਾਈਜ਼ ਹੀ ਔਰ ਸ਼ੀ ਵਿਲ ਬੀ ਨਾਟ ਅਲਾਊਡ ਟੂ ਸਿਟ ਦੇਅਰ। ਓਕੇ, ਇੱਥੇ ਕੀ ਹੈ, ਇੱਥੇ ਦੇਸੀ ਬੜੇ ਬੈਠੇ ਆ, ਪੇਸ਼ੈਂਟ ਆਉਂਦੇ ਆ ਵਿਚਾਰੇ, ਉਹ ਕਹਿੰਦੇ ਨੇ ਮਣਕੇ ਚੁਕਾ ਕੇ ਆਏ ਆ। ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਮਣਕੇ ਚੱਕੇ ਕਿਹਨੂੰ ਕਹਿੰਦੇ ਆ। ਮਣਕਾ ਇੱਕ ਵਾਰੀ ਮਣਕਾ ਹਿੱਲ ਜੇ ਨਾ, ਇੱਕ ਵਾਰੀ ਮਣਕਾ ਹਿੱਲ ਜੇ, ਜਦੋਂ ਸਪਾਈਨ ਹੁੰਦੀ ਆ ਐ ਆਪਣੇ ਮਣਕੇ ਆ, ਇਹਨਾਂ ਮਣਕਿਆਂ ਦੇ ਵਿਚਕਾਰ ਇੱਦਾਂ ਵਿਚਕਾਰ ਇੱਕ ਡਿਸਕ ਪਈ ਹੁੰਦੀ ਆ,
ਜਿਹਨੂੰ ਇੰਟਰਵਰਟੀਬਲ ਡਿਸਕ ਕਹਿ ਦਿੰਦੇ, ਮੈਂ ਪਹਿਲਾਂ ਵੀ ਦੱਸ ਕੇ ਹਟਿਆ ਤੁਹਾਨੂੰ, ਉਹ ਡਿਸਕ ਹੁੰਦੀ ਆ। ਤੇ ਇਹਦੇ ਨਾਲ ਨਾਲ ਇੱਕ ਪਾਈਪ ਹੁੰਦੀ ਆ, ਠੀਕ ਹੈ, ਪਾਈਪ ਦੀ ਤਰ੍ਹਾਂ ਬ੍ਰੇਨ ਦੇ ਵਿੱਚੋਂ ਨਾੜਾਂ ਦਾ ਗੁੱਛਾ ਜਿਹਨੂੰ ਕਹਿ ਦਿੰਦੇ ਆ ਸਪਾਈਨਲ ਨਰਵ, ਉਹ ਜਾਂਦੀਆਂ। ਤੇ ਜੇ ਮਣਕਾ ਚੱਕਿਆ ਜਾਵੇ ਤਾਂ ਉਹਦੇ ਤੇ ਨਾਲ ਦੀ ਨਾਲ ਦਬਾਅ ਆ ਜਾਊਗਾ। ਜੇ ਦਬਾਅ ਆ ਗਿਆ, ਜੇ ਉਹ ਪ੍ਰੈਸ਼ਰ ਹੀ ਇੰਨਾ ਆ ਗਿਆ, ਉਹਦੇ ਤਾਈ ਖੜ ਜੂਗੀ। ਤਾਂ ਹੀ ਜਦੋਂ ਆਪਾਂ ਕਹਿ ਦਿੰਦੇ ਆ ਵੀ ਇਹਦਾ ਰੀੜ੍ਹ ਦੀ ਹੱਡੀ ਦਾ ਮਣਕਾ ਹਿੱਲ ਗਿਆ, ਇਹ ਡਿੱਗ ਗਿਆ, ਇਹਦੀਆਂ ਲੱਤਾਂ ਖੜ ਗਈਆਂ। ਉਹ ਲੱਤਾਂ ਕਿਉਂ ਖੜ ਜਾਂਦੀਆਂ? ਕਿਉਂਕਿ ਜਿਹੜਾ ਕਨੈਕਸ਼ਨ ਹੁੰਦਾ ਆਪਣਾ ਸੈਂਸਰੀ ਤੇ ਮੋਟਰ, ਜਿਹਦੇ ਨਾਲ ਥੱਲੇ ਆਪਣੀ ਇਨਫੋਰਮੇਸ਼ਨ ਜਾਂਦੀ ਹੈ ਵੀ ਬ੍ਰੇਨ ਨੂੰ, ਉਹ ਸਾਰੀ ਕੱਟੀ ਜਾਂਦੀ ਹੈ। ਤਾਂ ਕਰਕੇ ਪ੍ਰੋਬਲਮ ਆਉਂਦੀ ਹੈ, ਮਣਕੇ ਕਦੇ ਚੱਕੇ ਨਹੀਂ ਜਾਂਦੇ। ਇਹ 'ਚ ਪ੍ਰੋਬਲਮ ਕੀ ਹੁੰਦੀ ਹੈ? ਜ਼ਿਆਦਾਤਰ ਜਦੋਂ weight ਜ਼ਿਆਦਾ ਚੱਕਿਆ ਜਾਂਦਾ, ਲੰਬਰ ਰੀਜਨ ਹੁੰਦਾ ਆਪਣੇ ਜਿਹੜੀ ਆਪਣੀ ਢੂਈ ਆ, ਇਹਦੇ ਅਲੱਗ-ਅਲੱਗ ਰੀਜਨ ਬਣੇ ਹੋਏ ਆ। ਇੱਕ ਸਰਵਾਈਕਲ ਰੀਜਨ ਹੁੰਦਾ, ਉਸ ਤੋਂ ਬਾਅਦ ਥੋਰੈਸਿਕ ਰੀਜਨ ਹੁੰਦਾ, ਫਿਰ ਉਸ ਤੋਂ ਬਾਅਦ ਲੰਬਰ ਰੀਜਨ ਹੁੰਦਾ ਗਾ। ਜ਼ਿਆਦਾ ਜਿਹੜੀ ਢੂਈ ਦੀ ਪ੍ਰੋਬਲਮ ਆਉਂਦੀ ਹੈ ਉਹ ਲੰਬਰ ਰੀਜਨ 'ਚ ਆਉਂਦੀ ਹੈ, ਥੱਲੜੇ ਪਾਸੇ ਆਪਣੇ, ਠੀਕ ਹੈ। ਉੱਥੇ ਕੀ ਪ੍ਰੋਬਲਮ ਆਉਂਦੀ ਹੈ? ਜਾਂ ਤਾਂ ਉਹਦੇ 'ਚ ਕਾਫੀ ਪ੍ਰੋਬਲਮ ਆ ਜਾਂਦੀਆਂ। ਜਾਂ ਤਾਂ ਕੀ ਹੁੰਦਾ ਗਾ, ਆਪਾਂ ਸਿੱਧੇ ਹੀ ਬੈਠੇ ਰਹਿੰਦੇ ਆ, ਕੋਈ ਢੂਈ ਨਹੀਂ ਮੋੜਦੇ, ਕੰਮ ਨਹੀਂ ਕਰਦੇ, ਜਿਹਦੇ ਨਾਲ ਆਪਣੀ ਕੀ ਹੈ, ਜਿਹੜੀ ਲੰਬਰ ਕਰਵ ਹੁੰਦੀ ਆ, ਪਿਛਲੀ ਢੂਈ ਦੀ ਹੁੰਦੀ ਆ, ਉਹ ਸਿੱਧੀ ਹੋ ਜਾਂਦੀ ਆ। ਸਿੱਧੀ ਜਿਵੇਂ ਕਿ ਬਾਂਸ ਹੁੰਦਾ ਉਵੇਂ ਸਿੱਧੀ ਹੋ ਜਾਂਦੀ ਆ। ਉਹਨੂੰ ਕਹਿ ਦਿੰਦੇ ਆ ਲੰਬਰ ਸਟ੍ਰੇਟਨਿੰਗ। ਜਿਹਦੇ 'ਚ ਪੇਸ਼ੈਂਟ ਨੂੰ ਕੀ ਤਕਲੀਫ ਆਉਂਦੀ ਹੈ? ਝੁਕਣ 'ਚ ਪ੍ਰੋਬਲਮ ਆਉਂਦੀ ਹੈ, ਉਹਦੇ ਕੋਲ ਝੁਕਿਆ ਨਹੀਂ ਜਾਂਦਾ, ਠੀਕ ਹੈ, ਉਹਦੇ ਕੋਲੋਂ ਕੋਈ ਕੰਮ ਨਹੀਂ ਹੁੰਦਾ, ਬਹੁਤ ਜ਼ਿਆਦਾ ਉਹਦੇ ਸਵੀਅਰ ਪੇਨ ਹੁੰਦਾ। ਕਿਉਂਕਿ ਜਿਹੜੀ ਲੰਬਰ ਦੀ ਕਰਵ ਹੁੰਦੀ ਹੈ ਨਾ, ਉਹ ਸੀ ਸ਼ੇਪ ਕਰਵ ਹੁੰਦੀ ਆ, ਸੀ ਸ਼ੇਪ ਇੱਦਾਂ ਕਰਵੇਚਰ ਹੁੰਦਾ ਉਹਦਾ, ਤੇ ਉਹ ਵੀ ਸਿੱਧੀ ਹੋ ਜਾਂਦੀ ਆ। ਇੱਕ ਤਾਂ ਉਹ ਕਾਰਨ ਹੈ। ਉਹ ਹੁਣ ਕਾਰਨ ਲੋਕਾਂ ਨੂੰ ਪਤਾ ਨਹੀਂ ਲੱਗਦਾ। ਉਹ ਕੀ ਕਰੀ ਜਾਂਦੇ ਆ? ਢੂਈ 'ਤੇ ਮਾਲਿਸ਼ ਕਰਨ ਵਾਸਤੇ ਤੇਲ ਦੇਈ ਜਾਂਦੇ ਆ, ਗੋਲੀਆਂ ਦੇਈ ਜਾਂਦੇ ਆ, ਸਟੀਰੋਇਡ ਦੇਈ ਜਾਂਦੇ ਆ, ਠੀਕ ਹੈ। ਉਹਦੇ ਨਾਲ ਉਹ ਕਿੱਥੋਂ ਰਿਲੀਫ ਹੋ ਜਾਊਗਾ? ਆਪਾਂ ਉਹਦੇ ਵਿੱਚ ਫਿਜ਼ੀਓਥੈਰੇਪੀ ਡਿਪਾਰਟਮੈਂਟ 'ਚ ਕੀ ਕਰੀਦਾ? ਪਹਿਲਾਂ ਬੈਕ ਨੂੰ ਰਿਲੈਕਸੇਸ਼ਨ ਕਰੀਦਾ ਮੋਇਸਟ ਹੀਟ ਦੇ ਕੇ, ਫਿਰ ਉਹਦੇ 'ਤੇ ਪੇਨ ਨੂੰ ਰਿਡਿਊਸ ਕਰੀਦਾ, ਪੇਨ ਘਟਾਈਦਾ। ਆਫਟਰ ਦੈਟ ਆਪਾਂ ਕੀ ਕਰਦੇ ਹਾਂ? ਪ੍ਰੋਪਰ ਐਕਸਰਸਾਈਜ਼ ਦੱਸੀ ਦੀ ਆ, ਉਹਨੂੰ ਪ੍ਰੋਨ 'ਚ ਪੁੱਠੇ ਲਟਾ ਕੇ ਉਸ ਪੋਸਚਰ 'ਚ, ਜਿਹਦੇ ਨਾਲ ਜਿਹੜੀ ਉਹਦੀ ਸਿੱਧੀ ਕਰਵ ਹੋਈ ਹੈ ਉਹ ਆਪਦੀ ਸ਼ੇਪ 'ਚ ਆਉਣੀ ਸਟਾਰਟ ਹੋ ਜਾਵੇ। ਇੱਕ ਤਾਂ ਇਹ ਕਾਰਨ ਹੁੰਦੇ ਆ। ਇੱਕ ਜਿਹੜੇ ਕੀ ਕਾਰਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਖੇਤੀਬਾੜੀ ਜੇ ਆਪਾਂ ਸੰਬੰਧਿਤ ਕਰੀਏ, ਉਹ ਕੀ ਆ? ਵਜਨ ਵੱਧ ਚੱਕ ਲੈਂਦੇ ਆ। ਵਜਨ ਜ਼ਿਆਦਾ ਚੱਕਣ ਕਰਕੇ ਕੋਈ ਵੀ ਕਿਰਤੀ ਪਰਿਵਾਰ ਨਾਲ ਕੋਈ ਵੀ ਬੰਦਾ ਜੁੜਿਆ ਗਾ, ਅਤੇ ਉਹਦੇ ਨਾਲ ਕੀ ਹੈ, ਉਹ ਜਿਹੜੇ ਮਣਕੇ ਹੈਗੇ ਆ ਉਹਨਾਂ 'ਤੇ ਪ੍ਰੈਸ਼ਰ ਆ ਜਾਂਦਾ। ਐਂ ਕਰਕੇ ਜਦੋਂ ਪ੍ਰੈਸ਼ਰ ਆ ਜਾਂਦਾ, ਜਿਹੜੀ ਡਿਸਕ ਹੁੰਦੀ ਹੈ, ਉਹ ਡਿਸਕ ਜਾ ਕੇ ਨਾੜਾਂ 'ਤੇ ਲੱਗ ਜਾਂਦੀ ਹੈ। ਉਹ ਜਦੋਂ ਡਿਸਕ ਨਾੜ 'ਤੇ ਲੱਗ ਜਾਂਦੀ ਆ, ਉਹਦੇ ਦਰਦ ਬਹੁਤ ਹੁੰਦਾ, ਉਹ ਦਰਦ ਲੱਤਾਂ ਤੱਕ ਜਾਂਦਾ। ਉਸ ਕੇਸ 'ਚ ਆਪਾਂ ਉਹਨਾਂ ਨੂੰ ਇੱਕ ਤਾਂ ਲੰਬਰ ਦੀ ਬੈਲਟ ਕਹੀਦੀ ਆ ਵੀ ਭਾਈ ਤੁਸੀਂ ਬੈਲਟ ਪਾ ਕੇ ਰੱਖੋ, ਵੀ ਜਦੋਂ ਵੀ ਤੁਸੀਂ ਕਿਤੇ ਟਰੈਵਲ ਕਰਨਾ ਗਾ ਅਤੇ ਉਹਦੇ 'ਚ ਤੁਹਾਨੂੰ ਝਟਕਾ ਨਹੀਂ ਵੱਜੂਗਾ। ਜੇ ਝਟਕਾ ਵੱਜੂਗਾ, ਉਹ ਡਿਸਕ ਹੋਰ ਬਾਹਰ ਆਊਗੀ। ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ। ਇੱਕ ਹੋਰ ਮੇਨ ਕੌਜ਼ ਹੈ, ਜਿਹੜਾ ਯੂਥ ਹੈ, ਯੰਗ ਜਨਰੇਸ਼ਨ ਹੈ, ਉਹ ਜਿਮ ਦਾ ਬੜਾ ਟਰੈਂਡ ਹੈ। ਅਗਲਾ ਕਹਿੰਦਾ ਵੀ ਅੱਜ ਜਿਮ ਜਾਓ ਅਤੇ ਅੱਜ ਹੀ ਬੋਡੀ ਬਣਾ ਲਓ। ਉਹ ਕੀ ਕਰਦੇ? ਜਾ ਕੇ ਉੱਥੇ ਵੇਟ ਚੱਕ ਲੈਂਦੇ ਜ਼ਿਆਦਾ, ਦੇਖ ਕੇ ਵੀ ਯਾਰ ਉਹਨੇ ਉਹ ਡੈਡ ਲਿਫਟ ਇੰਨੇ ਦੀ ਲਾ ਰਿਹਾ, ਆਪਾਂ ਲਾਈਏ। ਉਹਦੇ 'ਚ ਕੀ ਹੁੰਦਾ? ਜਿਹੜੀ ਸਪਾਈਨ ਹੁੰਦੀ ਆ, ਜਾਂ ਜਦੋਂ ਸ਼ੋਲਡਰ ਲਾਉਂਦੇ ਆ ਆਪਾਂ, ਵੇਟ ਚੱਕਦੇ ਆ ਆਪਾਂ ਰੋਡ 'ਤੇ, ਜਿਹੜੀ ਸਪਾਈਨ ਹੁੰਦੀ ਹੈ ਨਾ, ਉਹਦੇ 'ਤੇ ਪ੍ਰੋਪਰ ਬੈਲਟ ਲਾਉਣੀ ਹੁੰਦੀ ਆ। ਉਹ ਬੈਲਟ ਬੱਚੇ ਲਾਉਂਦੇ ਨਹੀਂ। ਉਹ ਬੈਲਟ ਲਾਉਣ ਤੋਂ ਬਾਅਦ ਪਿੱਛੇ ਕੁਸ਼ਨ ਪਾਉਣਾ ਹੁੰਦਾ, ਉਹਦੇ ਕੁਸ਼ਨ, ਵੀ ਕੁਸ਼ਨ ਦੇ ਨਾਲ ਕੀ ਹੈ, ਜਦੋਂ ਆਪਾਂ ਐਸ ਪੋਸਚਰ 'ਚ ਲਾਉਂਦੇ ਆ, ਉਹ ਕੁਸ਼ਨ ਦੇ ਨਾਲ ਜਿਹੜਾ ਢੂਈ ਦਾ ਪਿਛਲਾ ਤੇ ਬੈਲਟ ਵਾਲਾ ਗੈਪ ਆ ਉਹ ਭਰ ਜਾਂਦਾ, ਉਹ ਸਹੀ ਰਹਿੰਦਾ। ਉਹ ਡੈਡ ਲਿਫਟ ਸਹੀ ਪੋਸਚਰ 'ਚ ਲਾਉਣੀ ਨਹੀਂ ਆਉਂਦੀ ਬੱਚਿਆਂ ਨੂੰ। ਬੜੇ ਜਿਮ ਹੈ ਇੱਥੇ, ਮੈਂ ਪਲੇਅਰ ਦੇਖੇ ਜਿਹੜੇ ਆਉਂਦੇ ਆ, ਉਹਨਾਂ ਦੀ ਕੀ ਹੈ, ਐਕਸਰਸਾਈਜ਼ ਦੇ ਨਾਲ ਹੀ ਉਹਨਾਂ ਦੀ ਉਹ ਆਪਣੀ ਸਪਾਈਨ ਹਿੱਲ ਜਾਂਦੀ ਹੈ। ਇਹ ਕਈ ਅਨੇਕਾਂ ਕਾਰਨ ਹੈ ਜਿਹਦੇ ਕਰਕੇ, ਜੋ ਕਾਮਨ ਕਾਰਨ ਦੱਸੇ ਆ, ਜਿਹੜੀ ਪ੍ਰੋਬਲਮ ਆ ਰਹੀ ਹੈ। ਇਸ ਕੇਸ ਦੇ ਵਿੱਚ ਇਹ ਹੈ ਵੀ ਜੇ ਤਾਂ ਤੁਹਾਡੇ ਮਣਕੇ ਦੱਬੇ ਗਏ ਆ ਤਾਂ ਬੈਲਟ ਲਾ ਕੇ ਰੱਖੋ, ਪ੍ਰੋਪਰ ਬੈਲਟ ਲਾ ਕੇ ਰੱਖੋ। ਬੈਲਟ ਦਾ ਕਦੇ ਵੀ ਤੁਸੀਂ ਉਹ ਨਾ ਕਰੋ ਵੀ ਇਹਨੂੰ ਅੱਜ ਅਸੀਂ ਨਹੀਂ ਲਾਈ ਹੈ, ਘੋਲ ਨਾ ਕਰੋ। ਸੌਣ ਦੇ ਟਾਈਮ ਉਹਨੂੰ ਉਤਾਰਨੀ ਆ, ਅਦਰਵਾਈਜ਼ ਕੰਮ ਕਰਨ ਵੇਲੇ ਲਾਣੀ ਆ। ਅਤੇ ਡਾਕਟਰ ਸਰਜਨ ਕੀ ਕਰਦੇ ਆ, ਜਦੋਂ ਜ਼ਿਆਦਾ ਦਰਦ ਹੁੰਦਾ, ਪੇਸ਼ੈਂਟ ਤੋਂ ਬੀਅਰ ਨਹੀਂ ਹੁੰਦਾ, ਉਹ ਢੂਈ ਦੇ ਵਿੱਚ ਸਟੀਰੋਇਡ ਦਾ ਇੰਜੈਕਸ਼ਨ ਲਾ ਦਿੰਦੇ ਆ, ਅਤੇ ਉਹਦੇ ਨਾਲ ਉਹ 6 ਮਹੀਨੇ ਸਾਲ ਕੱਢ ਜਾਂਦਾ। ਅਤੇ ਉਹ ਕਹਿ ਦਿੰਦੇ ਤਾਂ ਕਿ ਡਾਕਟਰ ਹੀ ਬੜਾ ਚੰਗਾ, ਦਵਾਈ ਬੜੀ ਵਧੀਆ ਦਿੱਤੀ ਹੈ, ਅਤੇ ਜਾਂ ਤਾਂ ਇੰਜੈਕਸ਼ਨ ਜਾਂ ਸਟੀਰੋਇਡ, ਬਸ ਇਹੀ ਹੱਲ ਹੈ, ਹੋਰ ਕੋਈ ਹੱਲ ਨਹੀਂ ਗਾ। ਅਤੇ ਇਹਦੇ 'ਚ ਉਹ ਇੰਨੇ ਖੱਜਲ ਖਵਾਰ ਹੁੰਦੇ ਆ, ਕਦੇ ਕਿੱਥੇ ਵਿਚਾਰੇ ਭੋਲੇ ਬੰਦੇ ਹੁੰਦੇ ਆ, ਅਤੇ ਮੇਰੇ ਵਰਗੇ ਬੈਠੇ, ਕਦੇ ਉਹਨਾਂ ਨੂੰ ਦਵਾਈ ਦੇ ਦਿੱਤੀ, ਕਦੇ ਤੇਲ ਦੇ ਦਿੱਤਾ, ਅਤੇ ਕਦੇ ਉਹਨਾਂ ਦੇ ਪੱਟੇ ਲਾਤੇ ਆ। ਪੱਟੇ ਦਾ ਰਿਵਾਜ ਤਾਂ ਬਹੁਤ ਹੀ ਜ਼ਿਆਦਾ, ਬਹੁਤ ਜ਼ਿਆਦਾ। ਜਦੋਂ ਪੁੱਛਿਆ ਕੀ ਹੈ ਪੱਟੇ, ਮੈਨੂੰ ਸਮਝ ਆਉਂਦੀ ਪੱਟਾ ਲਾਉਂਦੇ ਕਿਹੜੀ ਚੀਜ਼ ਦੇ ਆ। ਐਕਚੁਅਲ 'ਚ ਉਹਨੂੰ ਕੀ ਕਹਿ ਦਿੰਦੇ ਆ, ਇੱਕ ਮਸਲ ਟੇਪਿੰਗ ਟੈਕਨੀਕ ਹੁੰਦੀ ਆ।
ਵੀ ਮਸਲਸ ਨੂੰ ਟੇਪ ਕਰਨਾ। ਉਹ ਜਦੋਂ ਪਲੇਅਰ ਖੇਡਦੇ ਟਾਈਮ ਉਹਨਾਂ ਦੇ ਜਿਹੜੇ ਜੁਆਇੰਟ ਹੁੰਦੇ ਆ, ਜਿਵੇਂ ਸ਼ੋਲਡਰ ਜੁਆਇੰਟ ਹੋ ਗਿਆ ਕਬੱਡੀ 'ਚ, ਇਹ ਆਮ ਤੌਰ ਤੇ ਝੜਕਾ ਵੱਜ ਕੇ ਨਿਕਲਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਉਹਦੇ 'ਚ ਅਸੀਂ ਕੀ ਕਰਦੇ ਆ, ਪ੍ਰੋਪਰ ਉਹਦੀ ਟੇਪਿੰਗ ਕਰ ਦਿੰਦੇ ਆ ਸ਼ੋਲਡਰ ਜੁਆਇੰਟਸ ਦੀ, ਠੀਕ ਹੈ, ਜਿਹਦੇ ਨਾਲ ਉਹਨੂੰ ਜੁਆਇੰਟ ਨੂੰ ਸਪੋਰਟ ਮਿਲੇ ਪਰ ਉਹ ਘੁੰਮਦਾ ਵੀ ਰਵੇ। ਉਹ ਹੁੰਦੀ ਆ ਮਸਲ ਨੂੰ ਟੇਪ ਕਰਨਾ। ਟੇਪ ਮਤਲਬ ਮਸਲ ਨੂੰ ਰਿਲੈਕਸ ਕਰਨਾ। ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਹਿਸਾਬ ਨਾਲ ਉਹ ਮਤਲਬ ਪਿੱਛੇ ਪੱਟੇ ਲਾ ਦਿੰਦੇ ਆ। ਹਿੱਲਣ ਤੋਂ ਪਹਿਲਾਂ ਦਾ ਪ੍ਰੋਸੈਸ ਆ ਸਾਰਾ, ਵੀ ਉਹ ਖਰਾ ਹਿੱਲੇ ਨਾ। ਨਹੀਂ, ਉਹ ਹਿੱਲਣ ਤੋਂ ਪਹਿਲਾਂ ਦਾ ਪ੍ਰੋਸੈਸ ਵੀ ਹੈ। ਜੇ ਜੁਆਇੰਟ ਕਈ ਵਾਰੀ ਕੀ ਹੁੰਦਾ, ਲਚਕ ਆ ਵੀ ਜਾਵੇ, ਪੇਨ ਵੀ ਹੋਵੇ, ਉਸ ਕੇਸ 'ਚ ਵੀ ਆਪਾਂ ਟੇਪਿੰਗ ਕਰ ਦਿੰਦੇ ਆ। ਉਹ ਅਲੱਗ-ਅਲੱਗ ਵੇ ਹੁੰਦਾ ਟੇਪ ਕਰਨ ਦਾ। ਸ਼ੋਲਡਰ ਜੁਆਇੰਟ ਦਾ ਅਲੱਗ ਵੇ ਹੁੰਦਾ, ਨੀ ਜੁਆਇੰਟ ਦਾ ਅਲੱਗ ਵੇ ਹੁੰਦਾ, ਐਂਕਲ ਜੁਆਇੰਟ ਦਾ ਅਲੱਗ ਵੇ ਹੁੰਦਾ, ਐਲਬੋ ਜੁਆਇੰਟ ਦਾ ਅਲੱਗ ਵੇ ਹੁੰਦਾ, ਥਾਈ ਦਾ ਅਲੱਗ ਹੁੰਦਾ, ਫਰੰਟ ਵਾਲੇ ਮਸਲਸ ਦਾ, ਹੈਮਸਟਿੰਗ ਦਾ, ਕੁਆਡਸ ਦਾ, ਸਾਰਿਆਂ ਦਾ ਮਸਲਸ ਦਾ ਅਲੱਗ-ਅਲੱਗ ਹੁੰਦਾ। ਉਹ ਮੈਨੂੰ ਨਹੀਂ ਅੱਜ ਤੱਕ ਮੈਨੂੰ ਨਹੀਂ ਸਮਝ ਆ ਸਕੀ ਵੀ ਉਹ ਕਿਹੜੇ ਪੱਟੇ ਲਾ ਕੇ ਭੇਜਦੇ ਆ। ਜਿੱਦਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਟਾਈਮ 'ਚ ਮੈਡੀਕਲ ਪ੍ਰੋਫੈਸ਼ਨ ਤਾਂ ਮਤਲਬ ਬਹੁਤ ਜ਼ਿਆਦਾ ਇੱਕ ਆਪਾਂ ਕਹਿ ਲਈਏ ਇੱਕ ਗੰਦ ਪਾ ਚੁੱਕੇ ਆ ਮਤਲਬ ਲੋਕ ਇੱਦਾਂ ਦੇ ਜੀ। ਅੱਛਾ, ਹੁਣ ਆਪਾਂ ਅਗਲੇ ਸਵਾਲ ਵੱਲ, ਜਿਵੇਂ ਆਪਾਂ ਗੋਡਿਆਂ ਦੀ ਗੱਲ ਕੀਤੀ ਹੈ, ਗੋਡੇ ਬਦਲ ਦਿੰਦੇ ਆ, ਉਹਦੇ ਨਾਲ ਹੁਣ ਚੂਲੇ ਬਦਲ ਦਿੰਦੇ ਆ। ਹਾਂ ਬਿਲਕੁਲ, ਵੀ ਚੂਲੇ ਦੀ ਪ੍ਰੋਬਲਮ ਆ ਗਈ। ਜ਼ਿਆਦਾਤਰ ਉਹ ਪ੍ਰੋਬਲਮ ਆ ਉਹ ਬੁਢਾਪੇ ਵਿੱਚ ਜਾ ਕੇ ਆਉਂਦੀ ਆ। ਉਹਦੇ ਕੀ ਕਾਰਨ ਨੇ ਜੀ? ਉਹ ਚੂਲੇ ਦੇ ਕਾਰਨ ਕੀ ਹੁੰਦੇ ਆ, ਜਿਹੜਾ ਆਪਣਾ ਪੱਟ ਦੀ, ਜਿਹਨੂੰ ਆਪਾਂ ਕਹਿ ਦਿੰਦੇ ਆ ਪੱਟ ਦੀ ਹੱਡੀ, ਸਭ ਤੋਂ ਵੱਡੀ ਹੱਡੀ ਹੁੰਦੀ ਹੈ ਫੀਮਰ। ਉਹ ਕੀ ਆ, ਚੂਲੇ ਦੇ ਵਿੱਚ ਘੁੰਮਦੀ ਆ ਜਾ ਕੇ ਐਦਾਂ ਕਰਕੇ, ਠੀਕ ਹੈ। ਉਹਦੇ 'ਚ ਕੀ ਆ, ਜਦੋਂ ਵੀ ਕਿਤੇ ਜਿਹੜੇ ਮੋਸਟਲੀ ਚਾਂਸਸ ਹੁੰਦੇ ਆ, ਆਪਾਂ ਕਹਿ ਲਈਏ ਉਹ ਫ੍ਰੈਕਚਰ ਦੇ ਕੇਸਿਸ ਚੂਲਾ ਬਦਲਿਆ ਜਾਂਦਾ, ਚੂਲਾ ਨਹੀਂ ਬਦਲਿਆ ਜਾਂਦਾ ਗਾ। ਜਦੋਂ ਉਹ ਡਿੱਗ ਪੈਂਦਾ, ਉਹ ਚੂਲਾ ਜਿਹੜਾ ਉਹ ਜਦੋਂ ਉਹ ਟੁੱਟ ਜਾਂਦਾ, ਜਾਂ ਜਿਹਦੇ 'ਚ ਬੋਲ ਨੇ ਘੁੰਮਣਾ, ਉਹਦਾ ਬੋਲ ਐਂਡ ਸੌਕਟ ਜੁਆਇੰਟ ਕਹਿ ਦਿੰਦੇ ਇਹਨੂੰ, ਜੇ ਉਹੀ ਟੁੱਟ ਜੇ ਫਿਰ ਉਹ ਕੀ ਕਹਿ ਦਿੰਦੇ ਆ, ਜਿਹੜੀ ਆ ਹੱਡੀ ਘੁੰਮਦੀ ਹੈ ਚੂਲੇ 'ਚ ਜਾ ਕੇ, ਠੀਕ ਹੈ, ਤੇ ਉਹਦੇ ਕੀ ਹੁੰਦਾ ਗਾ, ਫਿਰ ਉਹ ਜਿਹੜਾ ਉਹਦਾ ਹੱਡੀ ਆ ਜਾਂ ਉਹਦੀ ਨੈਕ ਹੁੰਦੀ ਹੈ ਧੌਣ, ਉਹਨੂੰ ਬਦਲ ਦਿੰਦੇ ਆ, ਜਾਂ ਉਹਦੇ ਉਹ ਕੱਪ ਨੂੰ ਬਦਲ ਦਿੰਦੇ ਆ। ਉਸ ਕੇਸਿਸ 'ਚ ਬਦਲੇ ਜਾਂਦੇ ਆ। ਆਮ ਤੌਰ 'ਤੇ ਜਿਵੇਂ ਗੋਡੇ ਬਦਲੇ ਜਾਂਦੇ ਰੂਟੀਨ 'ਚ, ਜਿਵੇਂ ਆਪਾਂ ਕਹਿ ਦਈਏ ਉਵੇਂ ਇਹ ਚੀਜ਼ਾਂ ਨਹੀਂ ਹੁੰਦੀਆਂ ਗੀਆਂ। ਇਹ ਜਾਂ ਤਾਂ ਮੋਸਟਲੀ ਐਕਸੀਡੈਂਟਲ ਦੇ ਕੇਸ 'ਚ ਹੁੰਦੀ ਆ, ਜਾਂ ਜਿਨ੍ਹਾਂ ਨੂੰ ਆਪਣਾ ਕਹਿ ਲਈਏ ਮਤਲਬ ਕੋਈ ਏਡਜ਼ ਦੀ ਬਿਮਾਰੀ ਹੁੰਦੀ ਆ, ਉਹਨਾਂ ਦੇ ਕੇਸ 'ਚ ਆਟੋ ਇਮਿਊਨ ਜਿਹੜੀ ਹੁੰਦੀਆਂ ਪ੍ਰੋਬਲਮਸ ਹੁੰਦੀਆਂ, ਜਿਹਦੇ ਕਰਕੇ ਉਹਨਾਂ ਦੇ ਕੇਸ ਚਾਂਸਸ ਹੁੰਦੇ ਆ ਬਦਲਣ ਦੇ ਜੀ। ਅੱਛਾ, ਹੋਰ ਇਦਾਂ ਦੇ ਕਿਹੜੇ ਕੇਸ ਨੇ ਜਿਹੜੇ ਕਾਮਨ ਨੇ, ਮਤਲਬ ਕੋਈ ਰੂਟੀਨ 'ਚ ਦੇਖਣ ਨੂੰ ਮਿਲਦੇ ਨੇ ਵੀ ਆਹ ਪ੍ਰੋਬਲਮ ਜ਼ਿਆਦਾ? ਹੋਰ ਕਿਹੜੇ ਜਿਹੇ ਕੇਸ ਨੇ? ਕਾਮਨ ਸਭ ਤੋਂ ਵੱਧ ਹੈਗੀਆਂ ਸਪੋਰਟਸ ਇੰਜਰੀ, ਜਿਹੜੀਆਂ ਕਾਮਨ ਹੋ ਚੁੱਕੀਆਂ। ਜਿਵੇਂ ਆਪਾਂ ਕਹਿ ਦਿੰਦੇ ਜੀ ਗਿੱਟੇ ਨੂੰ ਮੋਚ ਆ ਗਈ, ਠੀਕ ਹੈ, ਗਿੱਟੇ ਨੂੰ ਮੋਚ ਆ ਗਈ ਜੀ, ਗਿੱਟੇ ਦਾ ਮਾਸ ਫਟ ਗਿਆ, ਇਹ ਚੀਜ਼ਾਂ ਕਾਮਨ ਹੈ। ਇਹ ਮੈਂ ਦੱਸਣਾ ਚਾਹੁੰਦਾ ਗਾ, ਜਿੱਥੇ ਵੀ ਤੁਸੀਂ ਸਪੋਰਟਸ ਕਰਦੇ ਹੋ, ਚਲੋ ਮਤਲਬ ਫੋਰਨ ਦੇ ਵਿੱਚ ਤਾਂ ਦੇਖੋ ਇੱਦਾਂ ਦਾ ਸਿਸਟਮ ਹੈ, ਉਹਨਾਂ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ। ਆਪਣੇ ਤਾਂ ਇਨਫਰਾਸਟ੍ਰਕਚਰ ਹੀ ਹੈ ਨਹੀਂ ਗਾ, ਠੀਕ ਹੈ। ਹੁਣ ਆਪਾਂ ਆਪਣੇ ਏਰੀਆ ਦੀ ਗੱਲ ਕਰਕੇ, ਸਪੋਰਟਸ ਸਟੇਡੀਅਮ ਦੀ ਕੋਈ ਇਨਫਰਾਸਟ੍ਰਕਚਰ ਨਹੀਂ ਗਾ, ਪਰ ਜਿਹੜੇ ਸਾਈ ਦੇ ਅੰਡਰ ਸਟੇਡੀਅਮ ਹੁੰਦੇ ਆ, ਸਪੋਰਟਸ ਅਥਾਰਟੀ ਇੰਡੀਆ ਦੇ ਅੰਡਰ ਹੁੰਦੇ ਆ, ਉੱਥੇ ਇੱਕ ਸਪੈਸ਼ਲ ਕੋਚਿਸ ਹੁੰਦੇ ਆ, ਫਿਜ਼ੀਓਥੈਰੇਪਿਸਟ ਹੁੰਦੇ ਆ, ਉੱਥੇ ਇੱਕ ਜਿਹੜੀ ਇਮੀਡੀਏਟਲੀ ਜਿਹੜੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਫਸਟ ਏਡ ਦਾ, ਉਹਦਾ ਪ੍ਰਬੰਧ ਹੁੰਦਾ ਹੈ। ਹੁਣ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਵੀ ਤੁਹਾਡੇ ਕੋਈ ਇਹੋ ਜਿਹਾ ਗਿੱਟੇ ਨੂੰ ਮੋਚ ਆਉਂਦੀ ਜਾਂ ਕੁਛ ਆਉਂਦੀ ਹੈ, ਉਸ ਕੇਸ ਦੇ ਵਿੱਚ ਗਿੱਟੇ ਖਿਚਾਓ ਨਾ। ਉਹ ਕੀ ਕਰਨ ਲੱਗ ਕਹਿੰਦੇ ਖਿੱਚ ਕੇ ਨੇ ਬੰਨ੍ਹਤਾ। ਉਹ ਖਿੱਚਣਾ ਕਿਉਂ ਆ? ਉਹ ਲਿਗਾਮੈਂਟ ਤਾਂ ਪਹਿਲਾਂ, ਲਿਗਾਮੈਂਟ ਕੀ ਹੁੰਦੀਆਂ, ਇੱਕ ਰੱਸੀਆਂ ਹੁੰਦੀਆਂ, ਠੀਕ ਹੈ, ਇੱਕ ਰੱਸੀਆਂ ਹੁੰਦੀਆਂ ਜਿਹੜੀਆਂ ਹੱਡੀਆਂ ਨੂੰ ਮਤਲਬ ਹੱਡੀ ਨੂੰ ਹੱਡੀ ਨਾਲ ਜੋੜਦੀਆਂ। ਜਿਵੇਂ ਆਪਾਂ ਕਹਿ ਦਈਏ ਵੀ ਟਾਂਕੇ ਲਾਤੇ ਆ, ਉਹ ਟਾਂਕੇ ਹੁੰਦੇ ਆ, ਉਹ ਮੁੜਿਆ ਤਾਂ ਪਹਿਲਾਂ ਹੁੰਦਾ ਗਾ, ਠੀਕ ਹੈ। ਉਹਨੂੰ ਉਸ ਕੇਸ 'ਚ ਉਹਨੂੰ ਹੋਰ ਝੜਕੇ ਦੇ ਕੇ ਮਾਲਸ਼ਾਂ ਕਰਕੇ ਉਹ ਗਿੱਟਾ ਕੀ ਆ ਸੁੱਜ ਜਾਂਦਾ। ਹੋ ਸਕਦਾ ਉਹ ਝੜਕੇ ਦੇ ਕੇਸ 'ਚ ਲਿਗਾਮੈਂਟ ਜਿਹੜਾ ਤੁਹਾਡਾ ਉਹ ਟੁੱਟ ਵੀ ਜਾਵੇ, ਠੀਕ ਹੈ। ਉਸ ਕੇਸ 'ਚ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੈਪ ਹੈ ਆਈਸਿੰਗ ਕਰੋ, ਰੈਗੂਲਰ ਆਈਸਿੰਗ ਕਰੋ, ਕੱਪੜੇ 'ਚ ਪਾ ਲਓ। ਜੇ ਨਹੀਂ ਆਈਸ ਪੈਕ ਹੈਗੇ, ਕੱਪੜੇ 'ਚ ਪਾ ਲਓ। ਕੱਪੜੇ 'ਚ ਪਾ ਕੇ ਕੰਟੀਨਿਊ ਆਈਸਿੰਗ ਕਰਦੇ ਰਹੋ 5 ਤੋਂ 8 ਤੋਂ 10 ਮਿੰਟ, ਫਿਰ ਰੁਕ ਜਾਓ, ਫਿਰ ਕਰੋ। ਉਹਦੇ ਨਾਲ ਕੀ ਹੈ, ਤੁਹਾਡਾ ਜਿਹੜਾ ਸਵੈਲਿੰਗ ਆ ਸਾਰੀ ਨਿਕਲ ਜੂਗੀ। ਉਸ ਟਾਈਮ ਜੇ ਤੁਹਾਡੇ ਕੋਲੇ ਕੋਈ ਕੱਪੜਾ ਨਹੀਂ ਹੈਗਾ, ਕੋਈ ਬੈਂਡੇਜ ਨਹੀਂ ਹੈਗੀ, ਤਾਂ ਕੋਸ਼ਿਸ਼ ਕਰੋ ਕਿ ਉਹੋ ਜਿਹਾ ਕੱਪੜਾ ਅਰੇਂਜ ਕਰਕੇ ਉਹਨੂੰ ਤੁਸੀਂ ਪ੍ਰੋਪਰ ਕਿ ਟਾਈ ਅਪ ਕਰ ਦਿਓ, ਜਿਹਦੇ ਨਾਲ ਜਿਹੜਾ ਆਪਣਾ ਤੁਹਾਡਾ ਜੁਆਇੰਟ ਹੈ, ਉਹ ਤੁਹਾਡਾ ਜੁਆਇੰਟ ਸਟੇਬਲ ਰਵੇ। ਇਸ ਚੀਜ਼ 'ਤੇ ਆਪਾਂ ਮਤਲਬ ਧਿਆਨ ਦੇਣਾ ਗਾ, ਅਤੇ ਉਹ ਜੁਆਇੰਟ ਨੂੰ ਐਲੀਵੇਟ ਕਰਕੇ ਰੱਖੋ, ਤਾਂ ਚੱਕ ਕੇ ਰੱਖੋ, ਜਿਹਦੇ ਨਾਲ ਜਿਹੜਾ ਕਿ ਦਰਦ ਹੈ ਉਹ ਨਹੀਂ ਹੋਊਗਾ,
ਇਹਨਾਂ ਚੀਜ਼ਾਂ ਦਾ ਪ੍ਰੀਕਾਸ਼ਨਸ ਰੱਖਣਾ। ਇਹ ਇੱਕ ਸਪੋਰਟਸ ਇੰਜਰੀ ਦੇ ਵਿੱਚ ਕਾਮਨ ਕਾਜ਼ਜ਼ ਹੈ। ਹੋਰ ਆਪਣਾ ਗੁੱਟ ਮੁੜ ਜਾਣਾ, ਠੀਕ ਹੈ, ਗੁੱਟ ਮੁੜ ਜਾਣਾ ਜਾਂ ਜਿਹੜੇ ਕਿ ਟੈਨਿਸ ਖੇਡਦੇ ਆ ਉਹ ਟੈਨਿਸ ਐਲਬੋ ਹੋ ਜਾਂਦੀ ਆ, ਉਹ ਪ੍ਰੋਬਲਮ ਆ ਜਾਂਦੀ ਆ। ਉਹਨਾਂ ਕੇਸਿਸ ਦੇ ਵਿੱਚ ਆਪਾਂ ਧਿਆਨ ਰੱਖਣਾ ਹੈਗਾ ਗਾ। ਸ਼ੋਲਡਰ ਜੁਆਇੰਟ ਦਾ ਧਿਆਨ ਰੱਖਣਾ ਗਾ। ਸ਼ੋਲਡਰ ਜੁਆਇੰਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਵੀ ਜਦੋਂ weight ਚੱਕ ਲੈਂਦੇ ਆ, ਕਈ ਵਾਰੀ ਕੀ ਹੁੰਦਾ ਇੱਕ ਪਾਸੇ ਦਾ ਜ਼ੋਰ ਜ਼ਿਆਦਾ ਲੱਗ ਜਾਂਦਾ ਹੈ। ਉਸ ਕੇਸ 'ਚ ਤੁਸੀਂ ਕੀ ਆਈਸਿੰਗ ਕਰੋ। ਆਈਸਿੰਗ ਦੇ ਨਾਲ ਤੁਹਾਡਾ ਜਿਹੜਾ ਹੈਗਾ ਅੰਦਰਲੀ ਇੰਟਰਨਲ ਸਵੈਲਿੰਗ ਆ ਉਹ ਖਤਮ ਹੋ ਜਾਂਦੀ ਆ। ਇਹ ਕਾਮਨ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ੍ਹ ਹੋ ਰਹੀਆਂ ਨੇ। ਅੱਛਾ ਡਾਕਟਰ ਸਾਹਿਬ, ਹੁਣ ਆਪਾਂ ਆਉਂਦੇ ਹਾਂ ਡਿਸੇਬਿਲਿਟੀ ਵੱਲ। ਅਪਾਹਜ ਲੋਕ ਹੁੰਦੇ ਆ ਵੀ ਕੁਦਰਤ ਨੇ ਉਹਨਾਂ ਨੂੰ ਉਵੇਂ ਬਣਾਇਆ ਵੀ ਉਹਨਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ? ਉਹ ਡਿਸੇਬਿਲਿਟੀ ਦੀਆਂ ਤਾਂ ਦੇਖੋ ਜੀ ਬਾਏ ਬਰਥ ਬੜੀਆਂ ਪ੍ਰੋਬਲਮਸ ਆ। ਡਿਸੇਬਿਲਿਟੀ ਬਾਏ ਬਰਥ ਪ੍ਰੋਬਲਮ ਆ, ਆਪਾਂ ਕਹਿ ਦਿੰਦੇ ਕੰਜੈਂਟਲ ਪ੍ਰੋਬਲਮਸ ਹੁੰਦੀਆਂ, ਠੀਕ ਹੈ। ਇਹ ਐਕਸੀਡੈਂਟਲ ਇੰਜਰੀ ਹੋ ਜਾਂਦੀ ਆ, ਉਹਦੇ ਨਾਲ ਡਿਸੇਬਿਲਿਟੀ ਹੋ ਜਾਂਦੀ ਆ। ਡਿਸੇਬਿਲਿਟੀ ਦਾ ਦੇਖੋ ਇੱਕ ਕੁਐਸਚਨ ਮਾਰਕ ਬਣ ਕੇ ਰਹਿ ਚੁੱਕਿਆ ਹੈਗਾ, ਠੀਕ ਹੈ। ਜੇ ਗੱਲ ਕਰੀਏ ਉਹ ਡਿਸੇਬਿਲਿਟੀ ਤਾਂ ਜਿਵੇਂ ਆਪਾਂ ਕਹਿ ਲਈਏ ਸੈਰੀਬਲ ਪਾਲਸੀ ਹੈ, ਬਾਏ ਬਰਥ ਹੀ ਬੱਚੇ ਨੂੰ ਉਹ ਪ੍ਰੋਬਲਮ ਆ, ਠੀਕ ਹੈ। ਉਹਦੇ ਵਿੱਚ ਉਹ ਵੀਲ ਚੇਅਰ ਬਾਉਂਡ ਹੀ ਰਹਿਣਾ, ਉਹਦਾ ਟ੍ਰੀਟਮੈਂਟ ਹੀ ਕੋਈ ਹੈ ਨਹੀਂ ਗਾ, ਠੀਕ ਹੈ। ਸੈਰੀਬਲ ਪਾਲਸੀ ਜਿਹੜੀ ਬਿਮਾਰੀ ਹੈ ਇਹ ਕਾਫੀ ਤਰ੍ਹਾਂ ਦੀ ਹੈ। ਮੈਨੂੰ ਆਪਣੇ ਜੈਤੋ 'ਚ ਵੀ ਇਹ ਹੈਗੇ ਆ 2-3 ਕੇਸਿਸ ਤਾਂ ਆਪਣੇ ਜੈਤੋ ਦੇ ਵਿੱਚ ਹੀ ਹੈਗੇ ਆ ਬੱਚਿਆਂ ਨੂੰ ਜਿਹੜੇ ਵੀਲ ਚੇਅਰ ਬਾਉਂਡ ਬੱਚੇ ਨੇ। ਅਤੇ ਉਹ ਪ੍ਰੋਬਲਮ ਹੁਣ ਉਹ ਬੱਚਿਆਂ ਨੂੰ ਸਕੂਲ ਨਹੀਂ ਪੜ੍ਹਾ ਸਕਦੇ ਕਿਉਂਕਿ ਇੱਦਾਂ ਦਾ ਇੱਥੇ ਇਨਫਰਾਸਟਰਕਚਰ ਹੀ ਨਹੀਂ ਹੈਗਾ ਗਾ ਸਕੂਲਾਂ ਦੇ ਵਿੱਚ ਕਿ ਉਹ ਬੱਚਿਆਂ ਨੂੰ ਪੜ੍ਹਾ ਲੈਣ ਜਾਂ ਵੀਲ ਚੇਅਰ ਉੱਥੇ ਪ੍ਰੋਪਰ ਜਾਣ ਜਾਂ ਵਾਸ਼ਰੂਮ ਉਹਨਾਂ ਦੇ ਲਈ ਉਹ ਚੀਜ਼ਾਂ ਨਹੀਂ ਹੈਗੀਆਂ। ਫਿਰ ਆਪਾਂ ਕਹਿ ਲਈਏ ਇੱਕ ਮਸਕੂਲਰ ਡਿਸਟ੍ਰੋਫੀ ਪ੍ਰੋਬਲਮ ਹੈ ਜਿਹੜੀ ਬੜੀ ਸਵੀਅਰ ਬਿਮਾਰੀ ਹੈ, ਬਾਏ ਬਰਥ ਹੈ, ਜਿਹਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਬੱਚਿਆਂ ਦਾ 1.5 ਕੁਆਂਟਲ ਵਜ਼ਨ ਹੁੰਦਾ। ਹਾਂਜੀ, ਉਹ ਡੁਸ਼ੇਨ ਮਸਕੂਲਰ ਡਿਸਟ੍ਰੋਫੀ ਕਹਿ ਦਿੰਦੇ ਆ। ਬੇਕਰ ਮਸਕੂਲਰ ਡਿਸਟ੍ਰੋਫੀ ਇੱਕ ਉਹਦੇ 'ਚ ਹੈਗੀ ਹੈ। ਲਿੰਬ ਗਰਡਲ ਮਸਕੂਲਰ ਡਿਸਟ੍ਰੋਫੀ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਮਸਕੂਲਰ ਡਿਸਟ੍ਰੋਫੀ ਹੈ। ਕਈਆਂ ਦੀ ਤਾਂ ਏਜ ਹੀ ਬੱਚਿਆਂ ਦੀ ਉਹਦੇ ਵਿੱਚ 30-35 ਸਾਲ ਹੁੰਦੀ ਹੈ, ਉਸ ਤੋਂ ਬਾਅਦ ਉਹ ਕੀ ਡੈਥ ਹੋ ਜਾਂਦੀ ਹੈ ਕਿਉਂਕਿ ਇੰਨਾ ਵੇਟ ਜਿਹੜਾ ਹੈਗਾ ਕੰਟਰੋਲ ਨਹੀਂ ਹੁੰਦਾ ਗਾ। ਅਤੇ ਫਿਰ ਉਹ ਜਿਹੜੀਆਂ ਡਿਸੇਬਿਲਿਟੀ ਹੈਗੀਆਂ ਜਾਂ ਜਿਹਨੂੰ ਸਪਾਈਨਲ ਕੋਰਡ ਇੰਜਰੀ ਹੋ ਗਈ ਐਕਸੀਡੈਂਟਲ ਦੇ ਵਿੱਚ, ਰੀੜ੍ਹ ਦੀ ਹੱਡੀ ਦਾ ਮਣਕਾ ਟੁੱਟ ਗਿਆ, ਥੱਲੇ ਸਾਰੀ ਸਪਲਾਈ ਬੰਦ ਹੋ ਗਈ, ਕਿਸੇ ਦਾ ਜਮਾਂ ਧੌਣ ਤੋਂ ਮਣਕਾ ਟੁੱਟ ਜਾਂਦਾ ਬਿਲਕੁਲ। ਅਤੇ ਜਿਹਦੇ ਨਾਲ ਜਿਵੇਂ ਜੇ ਆਪਾਂ ਕਹਿ ਲਈਏ C2 C3 C4 ਲੈਵਲ 'ਤੇ ਮਣਕਾ ਟੁੱਟ ਜੇ ਸਰਵਾਈਕਲ ਦਾ ਤਾਂ ਇਕੱਲੀ ਗਰਦਨ ਹੀ ਕੰਮ ਕਰਦੀ, ਉਦੋਂ ਨੀਚੇ ਕੋਈ ਬੋਡੀ ਕੰਮ ਹੀ ਨਹੀਂ ਕਰਦੀ ਬਿਲਕੁਲ। ਅਤੇ ਇੱਕ ਉਹਨੂੰ ਆਪਾਂ ਕਹਿ ਦਿੰਦੇ ਹਾਂ ਕੁਆਡਰੀਪਲੇਜਿਕ, ਵੀ ਦੋਵੇਂ ਬਾਹਾਂ ਦੋਵੇਂ ਲੱਤਾਂ ਨਹੀਂ ਕੰਮ ਕਰਦੀਆਂ। ਇੱਕ ਕੇਸ 'ਚ ਕੀ ਹੁੰਦਾ ਗਾ, ਥੱਲੜੀ ਬੋਡੀ ਆ ਜਿਹੜੀ ਬੰਦੇ ਦੀ ਹੁੰਦੀ ਆ ਉਹ ਬੋਡੀ ਨਹੀਂ ਕੰਮ ਕਰਦੀ, ਉਹਨੂੰ ਪੈਰਾਪਲੇਜਿਕ ਕਹਿ ਦਿੰਦੇ ਆ। ਉਹ ਇੰਜਰੀ ਲੋਅਰ ਲੈਵਲ 'ਤੇ ਹੁੰਦੀ ਆ। ਇਸ ਤਰ੍ਹਾਂ ਦੀਆਂ ਡਿਸੇਬਿਲਿਟੀ ਬਹੁਤ ਹੈ ਜਿਹਦੇ ਵਿੱਚ ਉਹ ਵੀਲ ਚੇਅਰ ਟੋਟਲ ਬਾਉਂਡ ਰਹਿੰਦੇ ਨੇ। ਕਿਸੇ ਦੀ ਇੱਕ ਲੱਤ ਕੱਟੀ ਜਾਂਦੀ ਹੈ, ਕਿਸੇ ਨੂੰ ਸ਼ੂਗਰ ਹੋ ਗਿਆ, ਉਹਦੇ ਗੈਂਗਰੀਨ ਬਣ ਗਿਆ, ਉਹਦੀ ਲੱਤ ਕੱਟਤੀ, ਉਹਦੀ ਬਾਂਹ ਕੱਟੀ ਗਈ, ਨੀ ਐਂਪੂਟੇਟ ਹੋ ਗਏ। ਇੱਦਾਂ ਦੀਆਂ ਬਹੁਤ ਜ਼ਿਆਦਾ ਡਿਸੇਬਿਲਿਟੀ ਨੇ ਜਿਹੜੀਆਂ ਵੀ ਜਿਨ੍ਹਾਂ ਤੋਂ ਲੋਕ ਵੀ ਅਵੇਅਰਨੈਸ ਨਹੀਂ ਗਏ ਅਤੇ ਗੌਰਮੈਂਟ ਵੀ ਅਵੇਅਰਨੈਸ ਨਹੀਂ ਹੈਗੀਆਂ ਜੀ। ਫਿਜ਼ੀਓਥੈਰੇਪੀ ਦੀ ਗੱਲ ਕਰੀਏ ਵੀ ਫਿਜ਼ੀਓਥੈਰੇਪੀ ਨਾਲ ਉਹਨਾਂ ਦੀ ਕੋਈ ਮਦਦ ਹੋ ਪਾਉਂਦੀ ਆ? ਉਹਨਾਂ ਦੇ ਲਈ ਤਾਂ ਦੇਖੋ ਇੱਕ ਫਿਜ਼ੀਓਥੈਰੇਪੀ ਹੀ ਬੈਸਟ ਵੇ ਹੈ। ਫਿਜ਼ੀਓਥੈਰੇਪੀ ਤੋਂ ਬਿਨਾਂ ਉਹਨਾਂ ਦੇ ਲਈ ਕੋਈ ਟ੍ਰੀਟਮੈਂਟ ਹੀ ਨਹੀਂ ਹੈਗਾ ਗਾ। ਹੁਣ ਜਿਹੜਾ ਵੀਲ ਚੇਅਰ 'ਤੇ ਜਿਹੜਾ ਹੁਣ ਸਪਾਈਨਲ ਕੋਰਡ ਇੰਜਰੀ ਹੋ ਗਈ, ਜਿਹੜਾ ਬੈੱਡ 'ਤੇ ਪਿਆ ਹੈਗਾ ਗਾ, ਜੇ ਉਹਦੀ ਫਿਜ਼ੀਓਥੈਰੇਪੀ ਨਾ ਹੋਊਗੀ, ਉਹਦੀਆਂ ਮੂਵਮੈਂਟ ਲੈਗਸ ਦੀ ਨਾ ਕਰਾਵਾਂਗੇ, ਨਾਟ ਓਨਲੀ ਲੈਗਸ ਮੂਵਮੈਂਟ, ਈਵਨ ਉਹਦੀ ਹਰ ਇੱਕ ਜੁਆਇੰਟ ਦੀ ਮੂਵਮੈਂਟ ਟੋ ਤੋਂ ਲੈ ਕੇ ਹੈਡ ਤੱਕ, ਉਹਦੀਆਂ ਪੈਰਾਂ ਦੀਆਂ ਉਂਗਲਾਂ, ਉਹਦੇ ਐਂਕਲ ਜੁਆਇੰਟ, ਠੀਕ ਹੈ, ਫਿਰ ਉਹਦਾ ਨੀ ਜੁਆਇੰਟ, ਫਿਰ ਉਹਦਾ ਆਪਾਂ ਕਹਿ ਲਈਏ ਹਿਪ ਉਹਦੀ ਹੋ ਗਈ। ਇਹ ਸਾਰੇ ਆਪਾਂ ਨੂੰ ਜੁਆਇੰਟਸ ਦੀ ਮੂਵਮੈਂਟ ਕਰਾਉਣੀ ਪੈਂਦੀ ਹੈ। ਉਹਦੇ ਨਾਲ ਕੀ ਹੈ, ਇੱਕ ਪਾਸਾ ਬਦਲਦਾ ਰਹਿੰਦਾ, ਉਹਦਾ ਬਲੱਡ ਦਾ ਸਰਕੂਲੇਸ਼ਨ ਚੱਲਦਾ ਰਹਿੰਦਾ। ਜੇ ਉਹਦਾ ਉਸੇ ਪੋਜੀਸ਼ਨ 'ਚ ਪਿਆ ਰਵੇ ਤਾਂ ਉਹਦੇ ਪ੍ਰੈਸ਼ਰ ਸੋਰਸ ਬਣ ਜਾਂਦੇ ਐਡੇ ਜ਼ਖਮ ਸਾਈਡਾਂ 'ਤੇ, ਜਿਹਦੇ ਨਾਲ ਅੰਦਰੋਂ ਹੱਡੀ ਤੱਕ ਦਿਖਣ ਲੱਗ ਜਾਂਦੀ ਆ ਅਤੇ ਉਹ ਹੀਲ ਹੋਣੇ ਬਹੁਤ ਔਖੇ ਆ। ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਨਾਂ ਦੇ ਲਈ ਇੱਕ ਫਿਜ਼ੀਓਥੈਰੇਪੀ ਤਾਂ ਇੱਕ ਵਰਦਾਨ ਹੈ ਉਹਨਾਂ ਦੇ ਲਈ। ਤਾਂ ਜਿਹੜੇ ਸੈਰੀਬਲ ਪਾਲਸੀ ਹੈ ਉਹ ਬੱਚੇ ਜਮਾਂ ਹੀ ਬੈੱਡ ਰਿਡਨ ਹੁੰਦੇ, ਉਹ ਵੀ ਬੈੱਡ ਰਿਡਨ ਟਾਈਪ ਹੀ ਆਪਾਂ ਕਹਿ ਲਈਏ, ਉਹਨਾਂ ਦੇ ਲਈ ਫਿਜ਼ੀਓਥੈਰੇਪੀ ਜ਼ਰੂਰੀ ਹੈ।
ਫਿਰ ਉਸ ਤੋਂ ਬਾਅਦ ਆਪਾਂ ਕਹਿ ਲਈਏ ਕਿ ਟਰਾਂਸਵਰਸ ਮਲਾਈਟਿਸ ਡਿਜ਼ੀਜ਼ ਹੈ, ਬੜੀਆਂ ਪ੍ਰੋਬਲਮ ਹੈ, ਉਹਦੇ ਵਿੱਚ ਫਿਜ਼ੀਓਥੈਰੇਪੀ ਹੀ ਜ਼ਰੂਰੀ ਹੈ। ਨਿਊਰੋਮਸਕੂਲਰ ਡਿਸਆਰਡਰ ਹੈ, ਠੀਕ ਹੈ, ਉਹਨਾਂ 'ਚ ਫਿਜ਼ੀਓਥੈਰੇਪੀ ਹੀ ਜ਼ਰੂਰੀ ਹੈ। ਬੜੀਆਂ ਅਨੇਕਾਂ ਇਹੋ ਜਿਹੀਆਂ ਪ੍ਰੋਬਲਮਸ ਹੈ ਜਿਨ੍ਹਾਂ ਦੇ ਵਿੱਚ ਫਿਜ਼ੀਓਥੈਰੇਪੀ ਦਾ ਹੀ ਮੇਨ ਰੋਲ ਹੈ। ਵਿਦਆਊਟ ਉਹਦੇ ਤੋਂ ਫਿਜ਼ੀਓਥੈਰੇਪੀ ਤੋਂ ਬਿਨਾਂ ਉਹਨਾਂ ਦਾ ਜੇ ਉਹਨਾਂ ਦਾ ਲਾਈਫ ਸਪੈਨ ਪਰਮਾਤਮਾ ਨੇ ਉਹਨਾਂ ਨੂੰ ਸਪੋਜ਼ ਕਰੋ ਉਹਨਾਂ ਦਾ 5 ਸਾਲ ਦਾ ਹੈ ਅਤੇ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਦਾ ਲਾਈਫ ਸਪੈਨ ਫਿਜ਼ੀਓਥੈਰੇਪੀ ਡਬਲ ਕਰ ਦਿੰਦੀ ਹੈ, ਜਿਹਦੇ ਨਾਲ ਉਹਨਾਂ ਨੂੰ ਜੀਣਾ ਸੌਖਾ ਹੋ ਜਾਂਦਾ ਗਾ। ਫਿਜ਼ੀਓਥੈਰੇਪੀ ਦਾ ਉਹਦੇ 'ਚੋਂ ਆਪਾਂ ਉਹਨਾਂ ਨੂੰ ਰੀਹੈਬਿਲਿਟੇਸ਼ਨ ਕਹਿ ਦਿੰਦੇ ਹਾਂ। ਬਹੁਤ ਵਧੀਆ ਤੋਂ ਸੈਂਟਰ ਬਣ ਰਹੇ ਆ ਫਿਜ਼ੀਓਥੈਰੇਪੀ ਦੇ ਰਿਲੇਟਡ, ਬਟ ਬਣ ਪ੍ਰਾਈਵੇਟ ਰਹੇ ਆ। ਗੌਰਮੈਂਟ ਸੈਕਟਰ ਦੇ ਵਿੱਚ ਸਰਕਾਰ ਗੌਰਮੈਂਟ ਸੈਕਟਰ ਤੁਸੀਂ ਬਾਹਲਾ ਦੂਰ ਨਹੀਂ ਜਾਂਦੇ। ਆਪਾਂ ਆਪਣੇ ਜ਼ਿਲ੍ਹਿਆਂ 'ਚ ਗੱਲ ਕਰ ਲਈਏ, ਪੰਜਾਬ 'ਚ ਗੱਲ ਕਰ ਲਈਏ, ਇੱਥੇ ਕਿੰਨੇ ਕੁ ਸੈਂਟਰ ਬਣੇ ਆ ਫਿਜ਼ੀਓਥੈਰੇਪੀ ਦੇ ਨਾਲ ਰਿਲੇਟਡ ਵੀ ਜਿਨ੍ਹਾਂ ਦੇ ਆਪਣਾ ਵਿੱਚ ਉੱਥੇ ਇੰਨਾ ਵੱਡੇ ਵਾਸਟ ਲੈਵਲ 'ਤੇ ਟ੍ਰੀਟਮੈਂਟ ਹੁੰਦਾ ਹੋਵੇ। ਇੱਕ ਮੈਡੀਕਲ ਕਾਲਜ ਹੈਗਾ ਗਾ, ਠੀਕ ਹੈ, ਉਹ ਵੀ ਬੜੇ ਛੋਟੇ ਲੈਵਲ 'ਤੇ ਹੈਗਾ। ਇਹ ਆਉਣ ਵਾਲੇ ਸਮੇਂ 'ਚ ਬੜੇ ਵੱਡੇ ਵਾਸਟ ਲੈਵਲ 'ਤੇ ਚਾਹੀਦੇ ਆ, ਕਿਉਂਕਿ ਹਰ ਇੱਕ ਜਿੱਥੇ ਸਬ ਡਿਵੀਜ਼ਨ ਆਫਿਸ ਹੈ, ਉਸ ਜਿੱਥੇ ਵੀ ਸਬ ਡਿਵੀਜ਼ਨ ਆਫਿਸ ਹੈ, ਜਿੱਥੇ ਵੀ ਸਬ ਡਿਵੀਜ਼ਨ ਦੇ ਵਿੱਚ ਇੱਕ ਹਸਪੀਟਲ ਹੈ, ਉਹਦੇ ਨਾਲ ਇੱਕ ਫਿਜ਼ੀਓਥੈਰੇਪੀ ਸੈਂਟਰ ਆਉਣ ਵਾਲੇ ਸਮੇਂ 'ਚ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਿਹੜੇ ਡਿਸੇਬਲਡ ਲੋਕ ਨੇ ਉਹ ਪ੍ਰੋਪਰ ਆਪਦਾ ਆ ਕੇ ਕਿਸੇ ਵੀ ਡਿਸੇਬਿਲਿਟੀ ਤੋਂ ਉਹ ਜੂਝ ਰਹੇ ਨੇ, ਉਹਦਾ ਆ ਕੇ ਉਹ ਟ੍ਰੀਟਮੈਂਟ ਲੈ ਕੇ ਜਾਣ ਫਿਜ਼ੀਓਥੈਰੇਪੀ ਦੇ ਡਿਪਾਰਟਮੈਂਟ ਵਿੱਚ। ਕਿਉਂਕਿ ਉਹਨਾਂ ਦਾ ਟ੍ਰੀਟਮੈਂਟ ਇੱਕ ਦਿਨ ਦਾ ਨਹੀਂ ਹੁੰਦਾ, ਉਹਨਾਂ ਦਾ ਟ੍ਰੀਟਮੈਂਟ ਤਾਂ 6 ਮਹੀਨਿਆਂ ਦਾ, ਸਾਲ ਦਾ, 2 ਸਾਲ ਦਾ, ਕਿਸੇ ਦਾ ਜਦੋਂ ਤੱਕ ਸਾਹ ਚੱਲਦੇ ਆ ਉਦੋਂ ਤੱਕ ਟ੍ਰੀਟਮੈਂਟ ਚੱਲਦਾ ਹੀ ਰਹਿੰਦਾ ਗਾ। ਇਹ ਅਲੱਗ-ਅਲੱਗ ਫਿਜ਼ੀਓਥੈਰੇਪੀ ਦੇ ਕੀ ਬੈਨੀਫਿਟਸ ਨੇ ਡਿਸੇਬਿਲਿਟੀ ਦੇ ਨੂੰ ਲੈ ਕੇ। ਜੀ ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਪੈਰਾ ਓਲੰਪਿਕ ਦੇ ਵਿੱਚ, ਹਾਂ, ਉਹਨਾਂ ਦੇ ਲਈ ਸਰਕਾਰ ਨੇ ਕੋਈ ਕਦਮ ਚੁੱਕੇ ਨੇ ਵੀ ਉਹਨਾਂ ਅੱਗੇ ਲਿਆਇਆ ਜਾਵੇ ਜਾਂ ਉਹਨਾਂ ਦੀ ਮਦਦ ਕੀਤੀ ਜਾਵੇ? ਦੇਖੋ, ਉਹਨਾਂ ਦੇ ਲਈ ਅਸੀਂ ਟਾਈਮ 'ਤੇ ਜਿਹੜੀਆਂ ਵੀ ਉਹਨਾਂ ਦੀਆਂ ਨੀਡਸ ਹੁੰਦੀਆਂ ਆਉਣ ਵਾਲੇ ਸਮੇਂ ਵਿੱਚ, ਜਦੋਂ ਵੀ ਉਹ ਦੇਖੋ ਪੈਰਾਲੰਪਿਕ ਦੇ ਵਿੱਚ ਇਸ ਵਾਰ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਮਤਲਬ ਆਪਾਂ ਗੱਲ ਕਰੀਏ ਪੈਰਾਲੰਪਿਕ ਦੇ ਆਏ ਨੇ। ਪੰਜਾਬ 'ਚੋਂ ਬਹੁਤ ਬੱਚੇ ਨੇ ਜਿਹੜੇ ਪੈਰਾਲੰਪਿਕ ਦੇ ਵਿੱਚ ਮੈਡਲਸ ਵਿਨਰ ਨੇ, ਪਰ ਐਕਚੁਅਲ 'ਚ ਕੀ ਹੈ, ਉਹਨਾਂ ਨੂੰ ਉਸ ਤੋਂ ਬਾਅਦ ਤਰਜੀਹ ਨਹੀਂ ਦਿੱਤੀ ਜਾਂਦੀ। ਉਹਨਾਂ ਦੇ ਲਈ ਜਿਵੇਂ ਕੋਈ ਏਸ਼ੀਅਨ ਗੇਮਸ ਵੀ 'ਚੋਂ ਵੀ ਮੈਡਲ ਲੈ ਕੇ ਆਇਆ, ਉਹਨਾਂ ਦੇ ਲਈ ਜੌਬ ਦੀ ਉਹਨਾਂ ਦੇ ਲਈ ਇੱਕ ਪ੍ਰੋਪਰ ਪਾਲਿਸੀ ਨਹੀਂ ਬਣੀ ਹੋਈ ਵੀ ਜੇ ਕੋਈ ਨੈਸ਼ਨਲ ਕੁਆਲੀਫਾਈ ਆ ਉਹਦੇ ਲਈ ਕਿੰਨਾ ਪ੍ਰਾਈਜ਼ ਆ, ਉਹ ਆਪਣੇ ਤਾਂ ਇੱਥੇ ਹੀ ਮਿਲਦਾ ਹੀ ਨਹੀਂ, ਠੀਕ ਹੈ। ਜੇ ਕੋਈ ਇੰਟਰਨੈਸ਼ਨਲ ਕੁਆਲੀਫਾਈ ਆ ਉਹਦੇ ਲਈ ਕਿੰਨਾ, ਏਸ਼ੀਅਨਸ ਗੇਮ ਲਈ ਕਿੰਨਾ, ਜਿਹੜਾ ਏਸ਼ੀਅਨ ਗੇਮ 'ਚੋਂ ਕੋਈ ਕਾਮਨਵੈਲਥ ਗੇਮ 'ਚੋਂ ਮੈਡਲ ਲੈ ਕੇ ਆਇਆ ਉਹਨੂੰ ਆਹ ਜੌਬ ਦੇਣੀ ਆ। ਇੱਦਾਂ ਦਾ ਆਪਣੇ ਇਨਫਰਾਸਟਰਕਚਰ ਹਜੇ ਡਿਸੇਬਿਲਟੀ ਨੂੰ ਲੈ ਕੇ ਅਵੇਅਰਨੈਸ ਗਵਰਨਮੈਂਟ ਸੈਕਟਰ 'ਚ ਵੀ ਨਹੀਂ ਹੈਗੀ ਗੀ, ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਐਫਰਟਸ ਕਰਦੇ ਰਹਿੰਦੇ ਹਾਂ ਕਿ ਇਹਨਾਂ ਦੇ ਲਈ ਅਵੇਅਰਨੈਸ ਆਵੇ, ਇਹਨਾਂ ਨੂੰ ਬਰਾਬਰ ਦੀ ਐਕ੍ਰੀਡੇਸ਼ਨ ਮਿਲ ਸਕੇ। ਅਤੇ ਪੈਰਾਲੰਪਿਕ ਦੇ ਵਿੱਚ ਮਤਲਬ ਆਪਾਂ ਗੱਲ ਕਰੀਏ ਅਲੱਗ-ਅਲੱਗ ਤਰ੍ਹਾਂ ਦੇ ਪਲੇਅਰਸ ਬੱਚੇ ਖੇਡਦੇ ਨੇ, ਈਵਨ ਜਿਨ੍ਹਾਂ ਦੀ ਗਰਦਨ ਵੀ ਨਹੀਂ ਗਰਦਨ ਤੋਂ ਥੱਲੇ ਸਾਰੀ ਬੋਡੀ ਵੀ ਨਹੀਂ ਕੰਮ ਕਰਦੀ, ਉਹ ਵੀ ਇੱਕ ਗੇਮ ਪਲੇ ਕਰਦੇ ਨੇ, ਉਹਨੂੰ ਬੋਸ਼ੀਆ ਕਹਿ ਦਿੰਦੇ ਨੇ, ਜਿਹੜੀ ਸਪੈਸ਼ਲੀ ਵੀਲ ਚੇਅਰ ਬਾਉਂਡ ਬੱਚਿਆਂ ਦੇ ਲਈ, ਕੁਆਡਰੀਪਲੀਜਿਕ ਬੱਚਿਆਂ ਦੇ ਲਈ ਇਹ ਗੇਮ ਬਣੀ ਹੈ, ਕਿਉਂਕਿ ਇਹ ਇੱਕ ਸਭ ਤੋਂ ਜ਼ਿਆਦਾ ਜਿਹੜੀ ਹਾਈ ਡਿਸੇਬਿਲਿਟੀ ਉਹਦੇ ਲਈ ਇੱਕ ਬੋਸ਼ੀਆ ਗੇਮ ਹੈ। ਅਲੱਗ-ਅਲੱਗ ਪੈਰਾਲੰਪਿਕ 'ਚ ਗੇਮ ਆਉਂਦੀਆਂ, ਆਰਚਰੀ ਆਉਂਦੀ ਹੈ, ਸਵੀਮਿੰਗ ਆਉਂਦੀ ਹੈ, ਬਹੁਤ ਜ਼ਿਆਦਾ ਇਹਦੇ ਵਿੱਚ ਹੈਗਾ। ਬਟ ਆਉਣ ਵਾਲੇ ਸਮੇਂ ਵਿੱਚ ਇਹਦੇ ਲਈ ਚਾਹੀਦਾ ਹੈ ਡਿਸੇਬਲਡ ਨੂੰ ਲੈ ਕੇ ਚਾਹੀਦਾ ਹਰ ਯੂਨੀਵਰਸਿਟੀ, ਹਰ ਕਾਲਜ, ਹਰ ਸਕੂਲ, ਹਰ ਗੌਰਮੈਂਟ ਅਦਾਰੇ ਇਹਨਾਂ ਦੇ ਲਈ ਇੱਕ ਸਪੈਸ਼ਲ ਰੈਂਪ ਬਣਿਆ ਹੋਵੇ। ਜਿਹੜੀਆਂ ਗੌਰਮੈਂਟ ਦੀਆਂ ਨੋਰਮਸ ਇੰਸਟਰਕਸ਼ਨ ਆ ਉਹ ਤਾਂ ਇਹੀ ਹੈ ਕਿ ਕੋਈ ਵੀ ਰੈਸਟੋਰੈਂਟ ਵੀ ਹੈ ਜਿਹੜਾ ਵਿਦਆਊਟ ਕਿਸੇ ਦੇ ਰੈਂਪ ਤੋਂ ਹੈਗਾ ਉਹਦੇ 'ਤੇ ਕੁਐਸਚਨ ਮਾਰਕ ਆ ਸਕਦਾ। ਕੋਈ ਸਕੂਲ ਕਾਲਜ 'ਚ ਨਹੀਂ ਬਣਿਆ ਉਹਦੇ 'ਤੇ ਕੁਐਸਚਨ ਮਾਰਕ ਆ ਸਕਦਾ, ਕਿਉਂਕਿ ਡਿਸੇਬਿਲਿਟੀ ਦੇ ਲਈ ਇੱਕ ਡਿਪਾਰਟਮੈਂਟ ਬਣੇ ਨੇ ਪਰਸਨ ਵਿਦ ਡਿਸੇਬਿਲਿਟੀ PWD। ਉਹ ਪੰਜਾਬ ਗੌਰਮੈਂਟ ਦਾ ਵੀ ਅਲੱਗ ਹੁੰਦਾ ਹੈ, ਹਰ ਸਟੇਟ ਦੇ ਡਿਪਾਰਟਮੈਂਟ ਹੁੰਦੇ ਹੈ, ਸੈਂਟਰਲ ਮਿਨਿਸਟਰ ਵੀ ਲਾਏ ਜਾਂਦੇ ਆ ਇਹਦੇ PWD ਡਿਪਾਰਟਮੈਂਟ, ਪਰਸਨ ਵਿਦ ਡਿਸੇਬਿਲਿਟੀ ਦੇ। ਉਹ ਇੱਦਾਂ ਦੀਆਂ ਫਿਰ ਉਹਨਾਂ ਦੇ ਵਿੱਚ ਗੌਰਮੈਂਟ ਦੀਆਂ ਪਾਲਿਸੀ ਆਉਂਦੀਆਂ ਰਹਿੰਦੀਆਂ, ਪਰ ਉਹਨਾਂ ਤੱਕ ਉਹ ਚੀਜ਼ਾਂ ਪਹੁੰਚਦੀਆਂ ਹੀ ਨਹੀਂ ਗੀਆਂ ਕਿ ਉਹਨਾਂ ਤੱਕ ਉਹ ਬੈਨੀਫਿਟਸ ਪਹੁੰਚ ਸਕਣ, ਠੀਕ ਹੈ। ਅਤੇ ਗੌਰਮੈਂਟ ਨੂੰ ਚਾਹੀਦਾ ਜਿਵੇਂ ਸੁਵਿਧਾ ਸੈਂਟਰ ਹੈ, ਇਹੋ ਜਿਹੇ ਸੈਂਟਰਾਂ 'ਚ ਇੱਕ ਸਪੈਸ਼ਲ ਵਿੰਡੋ ਬਣੇ, ਚਾਹੇ ਉਹ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫ੍ਰੀ ਬੈਠਾ ਰਵੇ, ਪਰ ਉਹ ਇੱਕ ਡਿਸੇਬਲਡ ਦੇ ਲਈ ਬਣੀ ਹੋਵੇ ਵਿੰਡੋ, ਵੀ ਇਹ ਵਿੰਡੋ ਇਕੱਲੀ ਡਿਸੇਬਲਡ ਲੋਕਾਂ ਦੇ ਲਈ ਹੈ। ਇੱਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹੈਗੀਆਂ ਜੀ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮਤਲਬ ਇੱਕ ਬਹੁਤ ਵਧੀਆ ਇਹ ਐਪੀਸੋਡ ਚਲਾਏ ਹੋਏ ਨੇ, ਜਿਨ੍ਹਾਂ ਦੇ ਲਈ ਕਿਉਂਕਿ ਅੱਜ ਦੇ ਟਾਈਮ 'ਚ ਇੱਕ ਮੀਡੀਆ ਇੱਕ ਆਪਾਂ ਕਹਿ ਦਈਏ ਇੱਕ ਥੰਮ ਦੀ ਤਰ੍ਹਾਂ ਰੋਲ ਪਲੇ ਕਰਦੇ ਨੇ, ਠੀਕ ਹੈ। ਤੁਸੀਂ ਉਸ ਮੀਡੀਆ ਨੂੰ, ਉਸ ਇੱਕ ਮਾਧਿਅਮ ਨੂੰ ਇੱਕ ਪੋਜ਼ਿਟਿਵ ਵੇ ਦੇ ਨਾਲ ਯੂਟਿਲਾਈਜ਼ ਕਰਕੇ ਲੋਕਾਂ ਤੱਕ ਉਹਨਾਂ ਦੀਆਂ ਜਿਹੜੀਆਂ ਨਾਰਮਲ ਸਮੱਸਿਆਵਾਂ ਉਹਨਾਂ ਦਾ ਵੀ ਇੱਕ ਇਹਦੇ ਰਾਹੀਂ ਤੁਸੀਂ ਇੱਕ ਸੌਟ ਆਊਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਅਮਿਤਾਜ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਸਮਾਂ ਕੱਢਿਆ ਅਤੇ ਤੁਹਾਡੀ ਸਾਰੀ ਟੀਮ ਦਾ, ਲੋਕ ਆਵਾਜ਼ ਟੀਵੀ ਦਾ, ਜਿਨ੍ਹਾਂ ਦੇ ਮਾਧਿਅਮ ਦੇ ਰਾਹੀਂ ਇਹ ਮੈਸੇਜ ਅੱਗੇ ਕਨਵੇ ਹੋਇਆ। ਕਿਸੇ ਨੂੰ ਕੋਈ ਵੀ ਆਉਣ ਵਾਲੇ ਸਮੇਂ 'ਚ ਕੋਈ ਸੰਬੰਧਿਤ ਪ੍ਰੋਬਲਮ ਹੋਵੇ, ਕੋਈ ਗੱਲ ਕਰਨੀ ਚਾਹੁੰਦਾ ਹੋਵੇ, ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦਾ ਹੋਵੇ, ਭੈਣ ਭਰਾ ਫ੍ਰੀ ਆਫ ਕਾਸਟ ਉਹਨਾਂ ਨੂੰ ਕੰਸਲਟੇਸ਼ਨ ਮੈਂ ਪ੍ਰੋਵਾਈਡ ਕਰੂੰਗਾ। ਉਹ ਕੰਟੈਕਟ ਕਰ ਸਕਦਾ। ਮੇਰਾ ਕੰਟੈਕਟ ਨੰਬਰ ਹੈ 9417807800। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤਾਂ ਗੱਲਬਾਤ ਕੀਤੀ ਡਾਕਟਰ ਰਮਨਦੀਪ ਸਿੰਘ ਦੇ ਨਾਲ। ਉਹਨਾਂ ਆਖਿਆ ਕਿ ਜੀ ਫਿਜ਼ੀਓਥੈਰੇਪੀ ਇਹਦੇ ਨਾਲ ਇਲਾਜ ਬਹੁਤ ਸੌਖਾ ਅਤੇ ਸਹੀ ਆ, ਕਿਸੇ ਦੇ ਪਿੱਛੇ ਐਵੇਂ ਲੱਗਣ ਦੀ ਲੋੜ ਨਹੀਂ। ਜੋ ਇਲਾਜ ਆ ਪ੍ਰੋਪਰ ਤਰੀਕੇ ਨਾਲ ਕੀਤਾ ਜਾਵੇ ਤਾਂ ਸਭ ਸਹੀ ਹੋ ਜਾਂਦਾ ਆ। ਇਦਾਂ ਦੇ ਹੋਰ ਐਪੀਸੋਡ ਦੇਖਣ ਦੇ ਲਈ ਦੇਖਦੇ ਰਹੋ ਲੋਕ ਆਵਾਜ਼ ਟੀਵੀ। ਕੈਮਰਾਮੈਨ ਜਸ ਦੇ ਨਾਲ ਮੈਂ ਹਿਮਤਾਜ, ਧੰਨਵਾਦ।